ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਆ ਬੇਅਦਬੀ ਦਾ ਕੇਸ ਸਾਹਮਣੇ ਆਇਆ, ਇੱਕ ਵੀ ਲੀਡਰ ਨੇ ਜਿਹੜਾ ਹੈਗਾ ਮਾਫੀ ਨਹੀਂ ਮੰਗੀ। ਹੁਣ ਤਾਂ ਤੁਸੀਂ ਆਪ ਹੀ ਦੇਖ ਲਓ, ਕਿਸਾਨ ਜਿਹੜੀਆਂ ਕਿਸਾਨ ਪਾਰਟੀਆਂ ਤੋਂ ਪੋਲੀਟੀਕਲ ਪਾਰਟੀਆਂ ਬਣ ਚੁੱਕੀਆਂ ਨੇ। 3 ਮਹੀਨੇ ਦਾ ਸੀਐਮ ਬਣਿਆ, ਮਾਈਨਿੰਗ ਦੇ ਵਿੱਚੋਂ ਕਿੰਨਾ ਕੁ ਪੈਸਾ 3 ਮਹੀਨੇ ਕਮਾ ਲਿਆ। ਹੁਣ ਜੇ ਤੁਸੀਂ ਉਮੀਦ ਕਰੋ ਵੀ ਦੁੱਧ ਦੀ ਰਾਖੀ ਬਿੱਲੀ ਬਿਠਾ ਕੇ ਆਪਾਂ ਕਹੀਏ ਵੀ ਸਾਡਾ ਪਤੀਲਾ ਕਿੱਦਾਂ ਖਾਲੀ ਹੋ ਗਿਆ, ਤੇ ਉਹ ਤਾਂ ਜਿਹੜਾ ਹੈਗਾ ਬਟ ਆਬਵੀਅਸ ਹੈਗਾ। ਸਾਨੂੰ ਸ਼ੁਰੂਆਤ ਤੋਂ ਹੀ ਇਹ ਟ੍ਰੇਨਿੰਗ ਮਿਲੀ ਹੋਈ ਹੈ ਕਿ ਜੋ ਵੀ ਲੈਣਾ ਆਪਣੀ ਮਿਹਨਤ ਨਾਲ ਲੈਣਾ, ਆਪਣੇ ਰਸੂਖ ਨਾਲ ਲੈਣਾ। ਸਤਿ ਸ਼੍ਰੀ ਅਕਾਲ ਜੀ, ਮੈਂ KB ਬਰਾੜ ਅਤੇ ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬ ਦਾ। ਅੱਜ ਜੋ ਇਸ ਮੌਕੇ ਆਪਣੇ ਨਾਲ ਸ਼ਖਸੀਅਤ ਮੌਜੂਦ ਨੇ, ਉਹਨਾਂ ਨੂੰ ਇੱਕ ਸਮਾਜ ਸੇਵੀ ਵੀ ਕਿਹਾ ਜਾ ਸਕਦਾ ਹੈ, ਨਾਲ ਹੀ ਐਵੀਏਸ਼ਨ ਇੰਡਸਟਰੀ ਦਾ ਅਹਿਮ ਹਿੱਸਾ ਰਹੇ ਨੇ। ਉਧਰ ਉਹਨਾਂ ਦੇ ਫਾਦਰ ਸਾਹਿਬ ਇਕਬਾਲ ਸਿੰਘ ਲਾਲਪੁਰਾ ਨੇ, ਜੋ ਉਹਨਾਂ ਨੂੰ ਬੀਜੇਪੀ ਦੇ ਵੱਲੋਂ ਚੁਣਾਵੀ ਮੈਦਾਨ ਦੇ ਵਿੱਚ ਉਤਾਰਿਆ ਗਿਆ, ਰੂਪਨਗਰ ਤੋਂ ਉਮੀਦਵਾਰ ਐਲਾਨਿਆ ਗਿਆ। ਤੇ ਆਪਣੇ ਨਾਲ ਇਸ ਮੌਕੇ ਮੌਜੂਦ ਨੇ ਉਹਨਾਂ ਦੇ ਬੇਟੇ ਅਜੇਵੀਰ ਸਿੰਘ ਲਾਲਪੁਰਾ। 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਚੁੱਕੀਆਂ ਨੇ। ਇਹਨਾਂ ਦੇ ਨਾਲ ਉਸੇ ਦੇ ਬਾਰੇ ਅੱਜ ਆਪਾਂ ਖਾਸ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼ਾਨ ਪੰਜਾਬੀ ਦੇ ਵਿੱਚ। ਥੈਂਕ ਯੂ ਬਰਾੜ ਮੈਮ, ਮੈਂ ਤੁਹਾਡਾ ਬੜਾ ਧੰਨਵਾਦੀ ਹਾਂ, ਤੁਹਾਡੀ ਪ੍ਰੋਡਕਸ਼ਨ ਟੀਮ ਦਾ ਬੜਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਸ਼ਾਨ ਪੰਜਾਬੀ ਟੈਲੀਵਿਜ਼ਨ ਦੇ ਉੱਤੇ ਆ ਕੇ ਆਪਣੇ ਵਿਚਾਰ ਰੱਖ ਸਕਦਾ, ਤੁਹਾਡੇ ਸਰੋਤਿਆਂ ਦੇ ਸਾਹਮਣੇ ਜਿਹੜਾ ਆਪਣੇ ਵਿਚਾਰ ਰੱਖ ਸਕਦਾ। ਸੋ ਆਈ ਐਮ ਰੀਅਲੀ ਗ੍ਰੇਟਫੁਲ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਜੀ। ਬਹੁਤ-ਬਹੁਤ ਸ਼ੁਕਰੀਆ। ਔਰ ਸਭ ਤੋਂ ਪਹਿਲਾ ਸਵਾਲ ਅਜੇਵੀਰ ਜੀ ਮੇਰਾ ਇਹ ਹੈ ਕਿ ਆਪਾਂ ਬੀਜੇਪੀ ਦੇ ਬਾਰੇ ਗੱਲ ਕਰਾਂਗੇ। ਬੀਜੇਪੀ ਦੇ ਵੱਲੋਂ ਟਿਕਟ ਦਿੱਤੀ ਗਈ ਹੈ, ਚੁਣਾਵੀ ਮੈਦਾਨ ਦੇ ਵਿੱਚ ਉਤਾਰਿਆ ਗਿਆ, ਲੇਕਿਨ ਅਗਰ ਆਪਾਂ ਦੇਖੀਏ ਯੂਪੀ ਦੇ ਵਿੱਚ ਵੀ, ਹਰਿਆਣਾ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਭਾਜਪਾ ਦਾ ਵਿਰੋਧ ਅਕਸਰ ਦਿਖਾਈ ਦਿੱਤਾ ਹੈ। ਹੁਣ ਜਦੋਂ ਬੀਜੇਪੀ ਦੇ ਵੱਲੋਂ ਹੀ ਚੁਣਾਵੀ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੁਹਾਡੇ ਫਾਦਰ ਸਾਹਿਬ ਨੂੰ, ਇਕਬਾਲ ਸਿੰਘ ਲਾਲਪੁਰਾ ਜੀ ਨੂੰ, ਹੈ ਨਾ, ਤਾਂ ਕਿਵੇਂ ਦੇਖਦੇ ਹੋ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ? ਨਹੀਂ, ਅਸੀਂ ਬੜੇ ਪੋਜ਼ਿਟਿਵ ਹਾਂ ਜੀ। ਦੇਖੋ, ਜਿੱਥੇ ਵੀ ਕੋਈ ਡਿਫਰੈਂਸ ਹੈਗਾ, ਮੈਂ ਤਾਂ ਇਸ ਚੀਜ਼ ਨੂੰ ਰੀਅਲੀ ਐਪਰੀਸ਼ੀਏਟ ਕਰਦਾ ਕਿ ਪਿੱਛੇ ਆਜ਼ਾਦੀ ਦੇ 70+ ਸਾਲਾਂ ਤੋਂ ਕਿੰਨੇ ਕੁ ਇਸ਼ੂਜ਼ ਜਿਹੜੇ ਹੈਗੇ ਆ ਸਾਡੀ ਸੁਸਾਇਟੀ ਵਿੱਚ ਆਏ ਨੇ। ਮੈਂ ਆਪ ਸਿੱਖ ਹੈਗਾ, ਚਾਹੇ ਸਾਡੇ 1984 ਦੇ ਸਿੱਖ ਦੇ ਦੰਗਿਆਂ ਦੀ ਗੱਲ ਕਰ ਲਓ, ਕਿਸੇ ਵੀ ਲੀਡਰ ਨੇ ਹੱਥ ਜੋੜ ਕੇ ਮਾਫੀ ਨਹੀਂ ਮੰਗੀ। ਹੁਣ ਬੜੇ ਸੈਂਸਿਟਿਵ ਇਸ਼ੂ ਚੱਲ ਰਹੇ। 2015 ਤੋਂ ਤੁਸੀਂ ਇੱਕ ਗੱਲ ਦੇਖ ਲਓ ਜੀ, ਬੇਅਦਬੀ ਦੇ ਰੈਗੂਲਰ ਜਿਹੜੇ ਕੇਸਿਸ ਆ ਵੱਧ ਰਹੇ ਹੈਗੇ ਨੇ। ਹੁਣ ਪਿੱਛੇ ਤੁਸੀਂ ਦੇਖੋ ਵੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਆ ਬੇਅਦਬੀ ਦਾ ਕੇਸ ਸਾਹਮਣੇ ਆਇਆ, ਇੱਕ ਵੀ ਲੀਡਰ ਨੇ ਜਿਹੜਾ ਹੈਗਾ ਮਾਫੀ ਨਹੀਂ ਮੰਗੀ। ਔਰ ਜਿਹੜਾ ਹੈਗਾ ਸਿਰਫ ਬਲੇਮ ਗੇਮ ਜਿਹੜੀ ਅੱਗੇ ਤੋਂ ਅੱਗੇ ਪਾਈ ਜਾਂਦੇ, ਉਹ ਕਹਿੰਦਾ ਉਹ ਕਰ ਦੂਗਾ, ਉਹ ਕਹਿੰਦਾ ਉਹ ਕਰ ਦੂਗਾ, ਜਾਂ ਇਹਨਾਂ ਇਸ਼ੂਜ਼ ਨੂੰ ਯੂਜ਼ ਕਰਕੇ ਸਿਰਫ ਆਪਣੀ ਸਰਕਾਰ ਬਣਾਉਣ ਦੀ ਗੱਲਾਂ ਕਰਦੇ ਨੇ। ਹਰ ਵਾਰ ਜਦੋਂ ਇਲੈਕਸ਼ਨ ਆਉਂਦੀ ਆ ਸਟੰਟ ਬਣਾ ਦਿੰਦੇ ਨੇ ਕਿ ਵੀ ਅਸੀਂ ਜੀ ਸਾਡਾ ਸਮਾਂ ਆਏਗਾ ਤੇ ਅਸੀਂ ਤੁਹਾਨੂੰ ਇਸ ਮੁੱਦੇ ਨੂੰ ਇਨਸਾਫ ਦਿਲਾਵਾਂਗੇ। ਬਟ ਮੈਂ ਇਸ ਚੀਜ਼ ਨੂੰ ਰੀਅਲੀ ਐਪਰੀਸ਼ੀਏਟ ਕਰਦਾ ਕਿ ਦੇਖੋ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਆਨਰੇਬਲ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਨੇ, ਹੀ ਇਜ਼ ਵਨ ਆਫ ਦ ਮੋਸਟ ਪਪੂਲਰ ਐਂਡ ਮੋਸਟ ਪਾਵਰਫੁਲ ਲੀਡਰਸ ਆਫ ਦ ਵਰਲਡ। ਫਿਰ ਵੀ ਭਾਈਚਾਰੇ ਨੂੰ ਸਮਝਦੇ ਹੋਏ, ਭਾਈਚਾਰਕ ਸਾਂਝ ਨੂੰ ਸਮਝਦੇ ਹੋਏ, ਜਿਹੜਾ ਉਹਨਾਂ ਨੇ ਓਪਨਲੀ ਆ ਕੇ ਮਾਫੀ ਮੰਗੀ, ਐਂਡ ਦੈਟ ਇਜ਼ ਹਿਜ਼ ਗ੍ਰੇਟਨੈਸ। ਦੇਖੋ, ਉਹਨਾਂ ਕੋਲ ਐਗਰੀਕਲਚਰ ਦਾ ਪੋਰਟਫੋਲੀਓ ਤਾਂ ਸੀਗਾ ਨਹੀਂ, ਸੋ ਦੇਰ ਵਾਜ਼ ਐਨ ਐਗਰੀਕਲਚਰ ਮਿਨਿਸਟਰ। ਜੇ ਉਹਨਾਂ ਨੂੰ ਸਾਡੇ ਪੰਜਾਬੀਆਂ ਨਾਲ ਪ੍ਰੇਮ ਨਾ ਹੁੰਦਾ, ਇਸ ਮਿੱਟੀ ਨਾਲ ਮੁਹੱਬਤ ਨਾ ਹੁੰਦੀ, ਤਾਂ ਉਹ ਆਪਣੇ ਐਗਰੀਕਲਚਰ ਮਿਨਿਸਟਰ ਨੂੰ ਕਹਿ ਸਕਦੇ ਸੀ ਵੀ ਤੂੰ ਸਟੇਟਮੈਂਟ ਦੇ ਦੇ। ਬਟ ਉਹਨਾਂ ਨੇ ਆਪ ਆ ਕੇ ਲੋਕਾਂ ਦੇ ਵਿੱਚ ਹੱਥ ਜੋੜ ਕੇ ਮਾਫੀ ਮੰਗੀ। ਤਾਂ ਮੈਂ ਸੋਚਦਾ ਵੀ ਇਸ ਤੋਂ ਵਧੀਆ ਹੰਬਲਨੈਸ ਦਾ ਐਗਜ਼ਾਮਪਲ ਔਰ ਲੋਕਾਂ ਪ੍ਰਤੀ ਪਿਆਰ ਔਰ ਭਾਵਨਾ ਦਾ ਐਗਜ਼ਾਮਪਲ ਜਿਹੜਾ ਹੋ ਨਹੀਂ ਸਕਦਾ। ਸੋ ਠੀਕ ਹੈ, ਜਦੋਂ ਸਮਾਂ ਸੀਗਾ ਉਦੋਂ ਲੋਕਾਂ ਦੇ ਵਿੱਚ ਇੱਕ ਡਿਫਰੈਂਸ ਆਫ ਓਪੀਨੀਅਨ ਸੀ। ਹਰ ਇੱਕ ਆਦਮੀ ਦਾ ਇੱਕ ਤਰੀਕਾ ਹੁੰਦਾ। ਡੈਮੋਕ੍ਰੇਸੀ ਦੇ ਵਿੱਚ ਤੁਹਾਨੂੰ ਪੂਰਨ ਹੱਕ ਹੈਗਾ ਕਿ ਤੁਸੀਂ ਆਪਣੇ ਜਿਹੜੇ ਹੈਗੇ ਆ ਧਰਨਾ ਪ੍ਰਦਰਸ਼ਨ ਕਰ ਸਕਦੇ ਹੋ। ਬਟ ਹੁਣ ਤਾਂ ਉਹ ਇਸ਼ੂ ਹੀ ਖਤਮ ਹੋ ਗਿਆ। ਹੁਣ ਤਾਂ ਤੁਸੀਂ ਆਪ ਹੀ ਦੇਖ ਲਓ, ਕਿਸਾਨ ਜਿਹੜੀਆਂ ਕਿਸਾਨ ਪਾਰਟੀਆਂ ਤੋਂ ਪੋਲੀਟੀਕਲ ਪਾਰਟੀਆਂ ਬਣ ਚੁੱਕੀਆਂ ਨੇ। ਸੋ ਉਹਨਾਂ ਦੇ ਕੈਂਡੀਡੇਟਸ ਹੈਗੇ ਨੇ। ਸੋ ਇਟ ਇਜ਼ ਨਥਿੰਗ ਡਿਫਰੈਂਟ ਕਿ ਜੇ ਕਾਂਗਰਸ ਕੱਲ੍ਹ ਨੂੰ ਬੀਜੇਪੀ ਦਾ ਵਿਰੋਧ ਕਰੇ, ਬੀਜੇਪੀ ਅਕਾਲੀ ਦਲ ਦਾ ਵਿਰੋਧ ਕਰੇ, ਉਸੇ ਤਰੀਕੇ ਜਿਹੜੀ ਕਿਸਾਨਾਂ ਦੀ ਪਾਰਟੀ ਉਹ ਵਿਰੋਧ ਜੇ ਕਰਦੀ ਹੈ ਤਾਂ ਉਹ ਤਾਂ ਕੈਂਡੀਡੇਟਸ ਨੇ ਜਿਹੜੇ ਵਿਰੋਧ ਕਰ ਰਹੇ ਨੇ ਕਿਸਾਨੀ ਝੰਡਾ ਲੈ ਕੇ। ਸੋ ਇਸ ਕਰਕੇ ਇਸ਼ੂ ਜਿਹੜਾ ਹੈਗਾ ਇਸ ਇਲੈਕਸ਼ਨ ਦੇ ਵਿੱਚ ਮੈਨੂੰ ਲੱਗਦਾ ਲੋਕਾਂ ਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਚੁੱਕਾ ਹੈ। ਔਰ ਤੁਸੀਂ ਦੇਖ ਲੈਣਾ 2022 ਦੇ ਵਿੱਚ ਜਦੋਂ ਹੁਣ ਇਹਨਾਂ ਦੇ ਰਿਜ਼ਲਟ ਆਉਣੇ ਨੇ ਤੇ ਜਿੰਨੇ ਕੈਂਡੀਡੇਟ ਇਹਨਾਂ ਨੇ ਖੜੇ ਕੀਤੇ ਨੇ, ਲੋਕਾਂ ਨੂੰ ਮਤਲਬ ਉਲਟਾ ਹਵਾ ਚਲਾ ਕੇ ਜਾਂ ਵਰਗਲਾ ਕੇ
ਜਿਹੜੇ ਇਸ਼ੂਜ਼ ਛੋਟੇ ਛੋਟੇ ਇਸ਼ੂਜ਼ ਨੂੰ ਇੰਨਾ ਕ੍ਰੌਪ ਅਪ ਕਰਕੇ ਬੜੀ ਪਪੂਲੈਰਿਟੀ ਗੇਨ ਕੀਤੀ, ਉਹ ਰਿਜ਼ਲਟ ਇਹਨਾਂ ਦੇ ਸਾਹਮਣੇ ਆ ਜਾਣਾ। ਔਰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਕਿਸਾਨਾਂ ਦਾ ਵਿਰੋਧ ਹੁਣ ਵੀ ਦੇਖਣ ਨੂੰ ਮਿਲ ਰਿਹਾ ਸੀ ਕਿ ਐਮਐਸਪੀ ਦੇ ਮੁੱਦੇ ਤੇ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਸੀ, ਲੇਕਿਨ ਨਹੀਂ ਬਣਾਈ ਗਈ। ਉਧਰ ਵਿਰੋਧੀ ਧਿਰਾਂ ਜਿਹੜੀਆਂ ਹਨ ਉਹਨਾਂ ਦਾ ਇਲਜ਼ਾਮ ਲਗਾਤਾਰ ਹੀ ਲਗਾਇਆ ਜਾ ਰਿਹਾ ਕਿ ਇੱਕ ਵਾਰ ਕਿਸਾਨਾਂ ਨੂੰ ਧਰਨੇ ਤੋਂ ਉਠਾਉਣ ਲਈ ਸਿਰਫ ਇੱਕ ਸਟੰਟ ਕੀਤਾ ਗਿਆ ਬੀਜੇਪੀ ਦੇ ਵੱਲੋਂ। ਨਹੀਂ, ਸਟੰਟ ਤਾਂ ਬਿਲਕੁਲ ਨਹੀਂ ਹੈਗਾ ਜੀ। ਤੁਸੀਂ ਦੇਖੋ ਫਰੋਮ ਡੇ 1 ਜੇ ਤੁਸੀਂ ਰਿਅਲਾਈਜ਼ ਕਰੋ ਵੀ ਜੋ ਵੀ ਸਾਡੇ ਕਿਸਾਨ ਭਰਾ ਚਾਹੁੰਦੇ ਸੀ ਗਵਰਨਮੈਂਟ ਤਾਂ ਉਸ ਚੀਜ਼ ਨੂੰ ਦੇਈ ਜਾ ਰਹੀ ਸੀ। ਸੋ ਤੁਸੀਂ ਪਹਿਲੋਂ ਜਿੱਥੇ ਤੱਕ ਮੈਨੂੰ ਯਾਦ ਹੈ ਪਹਿਲੋਂ 8 ਡਿਮਾਂਡ ਸੀਗੀਆਂ, ਫਿਰ 12 ਹੋਈਆਂ, ਫਿਰ 18 ਹੋ ਗਈਆਂ, ਫਿਰ ਉਸ ਤੋਂ ਬਾਅਦ ਇਹ ਇਸ਼ੂ ਆ ਗਿਆ ਕਿ ਬਈ ਤੁਸੀਂ ਜਿਹੜਾ ਤਿੰਨੋਂ ਬਿੱਲ ਅਸੀਂ ਰੱਦ ਕਰਨੇ ਨੇ, ਤਿੰਨੋਂ ਬਿੱਲ ਰੱਦ ਕਰਤੇ ਦਿੱਤੇ। ਸੋ ਗਵਰਨਮੈਂਟ ਸਰਕਾਰ ਨੇ ਤਾਂ ਜੋ ਡਿਮਾਂਡ ਸੀਗੀ, ਜੋ ਭਾਈਚਾਰੇ ਦੀ ਡਿਮਾਂਡ ਸੀਗੀ ਜਾਂ ਜੋ ਕਿਸਾਨਾਂ ਦੀ ਡਿਮਾਂਡ ਸੀ, ਉਸ ਡਿਮਾਂਡ ਨੂੰ ਪੂਰਾ ਕੀਤਾ। ਸੋ ਵਿਰੋਧਤਾ ਵਾਲੀ ਤਾਂ ਹੁਣ ਕੋਈ ਗੱਲ ਨਹੀਂ ਰਹਿੰਦੀ ਹੈਗੀ। ਹਾਂ ਬਿਲਕੁਲ ਠੀਕ ਹੈ, ਗਵਰਨਮੈਂਟ ਹੈ, ਸਿਸਟਮ ਹੈ, ਚੱਲਦਾ ਹੈ, ਇਹਦੇ ਵਿੱਚ ਕਈ ਇਸ਼ੂਜ਼ ਚੱਲਦੇ ਰਹਿੰਦੇ ਨੇ ਤੇ ਚੱਲਦੇ ਰਹਿੰਦੇ ਨੇ ਜੀ। ਹੁਣ ਵੀ ਤੁਸੀਂ ਅੱਜ ਦੇਖ ਲਓ ਜੇ ਪੰਜਾਬ ਸਰਕਾਰ ਦੇ ਵਿੱਚ ਈਟੀਟੀ ਅਧਿਆਪਕ ਜਿਹੜੇ ਨੇ ਉਹਨਾਂ ਦੇ ਧਰਨੇ ਮੈਨੂੰ ਕੋਈ ਦੇਖਦੇ ਹੋਏ ਘੱਟੋ ਘੱਟ 15 ਸਾਲ ਹੋ ਗਿਆ, ਤਾਂ ਉਹ ਇਸ਼ੂਜ਼ ਤਾਂ ਐਸੇ ਚੱਲਦੇ ਰਹਿੰਦੇ ਆ। ਰਿਐਲਿਟੀ ਇਹ ਹੈ ਬਈ ਪੰਜਾਬ ਨੂੰ ਇਮਾਨਦਾਰ ਲੀਡਰਸ਼ਿਪ ਚਾਹੀਦੀ ਹੈ, ਪੰਜਾਬ ਨੂੰ ਵਿਜ਼ਨਰੀ ਲੀਡਰਸ ਚਾਹੀਦੇ ਨੇ, ਪੰਜਾਬ ਨੂੰ ਪੜ੍ਹੇ ਲਿਖੇ ਨੌਜਵਾਨ ਚਾਹੀਦੇ ਨੇ, ठीक है जी। और सिवाय बीजेपी ਦੇ ਕਿਸੇ ਪੋਲੀਟੀਕਲ ਪਾਰਟੀ ਕੋ ਇਹ ਕਾਡਰ ਹੈ ਨਹੀਂ, ਠੀਕ ਹੈ ਜੀ। ਇਸੇ ਕਰਕੇ ਇਹ ਨਰਿੰਦਰ ਮੋਦੀ ਦੀ ਸੋਚ ਤੋਂ ਜਿਹੜਾ ਹੈ ਡਰਦੇ ਨੇ। ਔਰ ਇਹ ਸਿਰਫ ਤੇ ਸਿਰਫ ਕਿਉਂਕਿ ਦੇਖੋ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ ਹੀ ਵਾਸ ਅ ਚੀਫ ਮਿਨਿਸਟਰ, ਠੀਕ ਹੈ ਜੀ। 15 ਸਾਲ ਦੇ ਟੈਨਿਓਰ ਦੇ ਵਿੱਚ ਅੱਜ ਤੁਸੀਂ ਉਹਨਾਂ ਨੂੰ ਦੇਖੋ ਚੀਫ ਮਿਨਿਸਟਰਸ਼ਿਪ ਤੋਂ ਉਤਰੇ ਵੀ 7 ਸਾਲ ਹੋ ਗਏ, ਨੋ ਕੇਸ ਆਫ ਕਰਪਸ਼ਨ, ਕੋਈ ਐਲੀਗੇਸ਼ਨ ਹੈ ਕਰਪਸ਼ਨ ਦਾ? ਜ਼ੀਰੋ। ਅੱਜ 7 ਸਾਲ ਹੋ ਗਏ ਪ੍ਰਾਈਮ ਮਿਨਿਸਟਰ ਬਣੇ ਹੋਏ, ਨੋ ਕੇਸ ਆਫ ਕਰਪਸ਼ਨ, ਕੋਈ ਐਲੀਗੇਸ਼ਨ ਹੈ ਉਹਨਾਂ ਦੀ ਟੀਮ ਦੇ ਉੱਤੇ? ਕੋਈ ਕਹਿ ਸਕਦਾ? 에ਅਰਕ੍ਰਾਫਟਸ ਵੀ ਆਏ ਨੇ, ਇਹ ਪਰਚੇਜ਼ ਹੋਏ ਨੇ, ਸਾਰਾ ਕੁਝ ਹੋ ਰਿਹਾ, ਸਾਰੀ ਕੰਟਰੀ ਚੱਲ ਰਹੀਆਂ, ਪ੍ਰੋਕਿਉਰਮੈਂਟਸ ਡਬਲ ਹੋ ਗਈਆਂ, ਪਰ ਕੋਈ ਕਰਪਸ਼ਨ ਦਾ ਐਲੀਗੇਸ਼ਨ ਹੈ? ਬਿਲਕੁਲ ਨਹੀਂ। ਤੇ ਸਾਡੇ ਪੰਜਾਬ ਦੀ ਜਿਹੜੀ ਸਰਕਾਰ ਹੈ ਇਹ ਕਿਹਦੇ ਤੇ ਬੇਸਡ ਹੈ ਜੀ? ਆ ਤੁਸੀਂ ਦੇਖੋ 3 ਮਹੀਨੇ ਦਾ ਸੀਐਮ ਬਣਿਆ ਤੇ ਉਹਨੇ ਕੰਮ ਤਾਂ ਕੋਈ ਕੀਤਾ ਨਹੀਂ, ਸਿਰਫ ਇੰਨਾ ਕਾ ਤੁਸੀਂ ਹਾਲ ਦੇਖ ਲਓ ਵੀ ਮਾਈਨਿੰਗ ਦੇ ਵਿੱਚੋਂ ਕਿੰਨਾ ਕੁ ਪੈਸਾ 3 ਮਹੀਨੇ ਕਮਾ ਲਿਆ। ਔਰ ਕਰਪਸ਼ਨ ਬਿਲਕੁਲ ਜਿਹੜੀ ਹੈ ਐਵਰੀਵਨ ਇਜ਼ ਅ ਵਿਟਨੈਸ ਟੂ ਇਟ ਕਿ ਕਿੰਨੀ ਕਰਪਸ਼ਨ ਇਹਨਾਂ ਨੇ ਆ ਲਾਸਟ 3 ਮਹੀਨਿਆਂ ਦੇ ਵਿੱਚ ਕੀਤੀ ਹੈ। ਸੋ ਇਹ ਜਿਹੜਾ ਬਹਾਨਾ ਲੱਭ ਰਹੇ ਹੈ ਇਹ ਸਿਰਫ ਤੇ ਸਿਰਫ ਚੰਗੀ ਸੋਚ, ਇਮਾਨਦਾਰੀ ਸੋਚ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਟ ਇਜ਼ ਜਸਟ ਅ ਕਨਸਪੀਰੇਸੀ। ਲੋਕਾਂ ਨੂੰ ਸਮਝ ਆ ਚੁੱਕੀ ਹੈ ਕਿਸਾਨ ਕਿਉਂ ਵਿਰੋਧਤਾ ਕਰਨਗੇ। ਤੁਸੀਂ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਵੀ ਤੁਹਾਡੇ ਸਰੋਤੇ ਸੁਣ ਰਹੇ ਆ ਦੇਸ਼ ਵਿਦੇਸ਼ ਦੇ ਵਿੱਚ, ਮੈਂ ਇਹਨਾਂ ਨੂੰ ਕਹੂੰਗਾ ਵੀ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਚੈੱਕ ਕਰੋ ਕਿ ਪਿਛਲੇ 5 ਸਾਲ ਤੋਂ ਕਾਂਗਰਸ ਸਰਕਾਰ ਨੇ ਕੋਈ ਪਿੰਡਾਂ ਨੂੰ ਡਿਵੈਲਪਮੈਂਟ ਲਈ ਪੈਸੇ ਭੇਜੇ? ਨਹੀਂ ਭੇਜੇ। ਜਿੰਨੀ ਵੀ ਇਹਨਾਂ ਦੇ ਪਿੰਡਾਂ ਦੇ ਵਿੱਚ ਇੱਟਾਂ ਲੱਗ ਰਹੀਆਂ, ਜਿੰਨੇ ਵੀ ਇਹਨਾਂ ਦੇ ਪਿੰਡਾਂ ਦੇ ਵਿੱਚ ਮਕਾਨ ਲੱਗ ਰਹੇ ਨੇ, ਬਣ ਰਹੇ ਨੇ, ਉਹ ਸਾਰੇ ਦੇ ਸਾਰੇ ਸੈਂਟਰ ਸਰਕਾਰ ਤੋਂ ਵਿਦ 14th ਵਿੱਤ ਕਮਿਸ਼ਨ ਦਾ ਜਿਹੜਾ ਪੈਸਾ ਉਹਦੇ ਤੋਂ ਬਣ ਰਿਹਾ। ਟਾਇਲਟਸ ਫ੍ਰੀ ਬਣ ਰਹੀਆਂ ਪਿੰਡਾਂ ਦੇ ਵਿੱਚ ਜੀ। ਫਿਰ ਤੁਸੀਂ ਦੇਖੋ ਈ-ਸ਼੍ਰਮ ਕਾਰਡਸ ਨੇ ਜਿਹਦੇ ਨਾਲ ਤੁਹਾਡੀ ਲਾਈਫ ਨੂੰ 2 ਲੱਖ ਇੰਸ਼ੋਰ ਕੀਤਾ ਜਾਂਦਾ। ਆਯੁਸ਼ਮਾਨ ਕਾਰਡਸ ਨੇ ਜੀ ਜਿਨ੍ਹਾਂ ਦੇ ਨਾਲ ਤੁਸੀਂ ਆਪਣਾ 5 ਲੱਖ ਤੱਕ ਤਾਂ ਮੈਡੀਕਲ ਫੈਸਿਲਿਟੀ ਲੈ ਸਕਦੇ ਹੈਗੇ ਹੋ। ਸੋ ਤੁਸੀਂ ਮੈਨੂੰ ਇੱਕ ਗੱਲ ਦੱਸੋ, 2000 ਰੁਪਇਆ ਪਰ ਮੰਥ ਆ ਰਿਹਾ ਜੀ, ਠੀਕ ਹੈ ਜੀ। ਸੋ ਪਿੰਡਾਂ ਦੇ ਵਿੱਚ ਜਿਹੜੀਆਂ ਮੇਰੀਆਂ ਭੈਣਾਂ, ਭਾਬੀਆਂ, ਬੱਚੇ ਨਰੇਗਾ ਸਕੀਮ ਦੇ ਅੰਡਰ ਕੰਮ ਕਰ ਰਹੇ, ਦੈਟ ਇਜ਼ ਆਲ ਸੈਂਟਰਸ ਮਨੀ। ਤੋ ਸੈਂਟਰ ਗਵਰਨਮੈਂਟ ਦਾ ਜਿਹੜਾ ਹੈਗਾ ਆ ਉਹਨਾਂ ਦਾ ਤਾਂ ਹਮੇਸ਼ਾ ਵਿਊ ਪੰਜਾਬ ਦੇ ਪ੍ਰਤੀ ਜਿਹੜਾ ਫੇਵਰੇਬਲ ਰਿਹਾ। ਹੁਣ ਇਹ ਪੋਜ਼ਿਟਿਵ ਸਟੈਪਸ ਨੇ ਜਿਹੜੇ ਨਰਿੰਦਰ ਮੋਦੀ ਗਵਰਨਮੈਂਟ ਨੇ ਲਿੱਤੀ ਹੈ। ਤਾਂ ਤੁਸੀਂ ਪਿਛਲੇ ਸਾਲ 5 ਸਾਲ ਦੇ ਕਾਂਗਰਸ ਦੇ ਦੇਖ ਲਓ ਕੰਮ ਜਿਹੜੇ ਹੈਗੇ ਆ, ਕਰਪਸ਼ਨ ਹੈ ਹਾਂਜੀ, ਫਿਰ ਜਿਹੜਾ ਹੈਗਾ ਗੁੰਡਾਗਰਦੀ ਹੈਗੀ ਹੈ ਜੀ ਪੂਰੀ ਦੀ ਪੂਰੀ। ਮਾਈਨਿੰਗ ਤੁਹਾਡੇ ਸਾਹਮਣੇ ਐਡਾ ਵੱਡਾ ਮੁੱਦਾ ਆ, ਸਾਰੇ ਹੀ ਲੱਥਪੱਥ ਨੇ ਮਾਈਨਿੰਗ ਦੇ ਵਿੱਚ ਜਿਹੜਾ ਹੈਗਾ ਜੀ। ਆ ਤੁਸੀਂ ਦੇਖ ਲਓ ਜਿਹੜਾ ਹੈਗਾ ਆ ਇਹ ਗੱਲ ਕਰਦੇ ਨੇ ਸਾਡੇ ਸੀਐਮ ਸਾਹਿਬ ਦੇ ਜਿਹੜੇ ਬ੍ਰਦਰ ਹੈ ਉਹ ਫੜਿਆ ਗਿਆ ਜੀ, ਉਹਨਾਂ ਦੇ ਰਿਲੇਟਿਵ ਫੜੇ ਗਏ ਨੇ, ਨੈਫਿਊ। ਤੁਸੀਂ ਇੱਕ ਗੱਲ ਦੇਖੋ ਜੀ, ਸਾਡੇ ਇਲਾਕੇ ਸਾਡੇ ਰੋਪੜ ਕੌਂਸਟੀਚੁਐਂਸੀ ਦੇ ਵਿੱਚ ਜਿਹੜਾ ਕੈਂਡੀਡੇਟ ਇਹਨਾਂ ਨੇ ਦਿੱਤਾ ਹੈ, ਕਹਿੰਦੇ ਜੀ ਅਸੀਂ ਮਾਈਨਿੰਗ ਦੇ ਅਗੇਂਸਟ ਹੈ। ਉਹ ਸ਼ਰੇਆਮ ਮਾਈਨਿੰਗ ਏਜੰਸੀ ਚਲਾਉਂਦੇ ਨੇ, ਸ਼ਰੇਆਮ ਮਾਈਨਿੰਗ ਕੰਪਨੀ ਚਲਾ ਰਹੇ ਨੇ। ਸੋ ਇਹ ਹੁਣ ਇਹਨਾਂ ਨੇ 5 ਸਾਲ ਕੀਤਾ ਕੁਛ ਨਹੀਂ। ਸੋ ਇਸ ਕਰਕੇ ਇਹਨਾਂ ਨੂੰ ਇਹ ਲੱਗਦਾ, ਇਹਨਾਂ ਨੂੰ ਪਤਾ ਵੀ ਜਦੋਂ ਨਰਿੰਦਰ ਭਾਈ ਮੋਦੀ ਨੇ ਮੈਦਾਨ 'ਚ ਉਤਰਨਾ ਤੇ ਲੋਕਾਂ ਦੀ ਐਕਸੈਪਟੇਬਿਲਿਟੀ ਜਿਹੜੀ ਹੈ ਇਹਨਾਂ ਦੀ ਸੋਚ ਤੋਂ ਬਾਹਰ ਹੋਣੀ ਹੈ। ਇਸ ਕਰਕੇ ਉਸ ਚੀਜ਼ ਤੋਂ ਡਰਦੇ ਹੋਏ ਜਿਹੜਾ ਹੈ ਇਹ ਇਸ ਤਰ੍ਹਾਂ ਦੇ ਡਾਇਰੈਕਸ਼ਨਸ ਦੇ ਵਿੱਚ ਜਾ ਰਹੇ ਨੇ ਜੀ। ਔਰ ਅਗਰ ਆਪਾਂ ਰੂਪਨਗਰ ਹਲਕੇ ਦੀ ਹੀ ਗੱਲ ਕਰੀਏ, ਉੱਥੋਂ ਚੁਣਾਵੀ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੁਹਾਡੇ ਫਾਦਰ ਸਾਹਿਬ। ਹੁਣੇ ਤੁਸੀਂ ਮਾਈਨਿੰਗ ਦੀ ਜਿਵੇਂ ਗੱਲ ਕੀਤੀ ਹੈ ਨਾ,
ਲਗਭਗ ਸਾਰੀਆਂ ਪਾਰਟੀਆਂ ਤੇ ਇਲਜ਼ਾਮ ਲੱਗ ਚੁੱਕੇ ਨੇ ਕਿ ਸਾਰੇ ਮਤਲਬ ਮਾਈਨਿੰਗ ਵਾਲੇ ਇਲੀਗਲ ਮਾਈਨਿੰਗ ਦੇ ਵਿੱਚ ਸਭ ਦੀ ਮਿਲੀ ਭੁਗਤ ਦੇ ਨਾਲ ਚੱਲ ਰਹੀ ਹੈ। ਅਗਰ ਸੱਤਾ ਦੇ ਵਿੱਚ ਆਉਂਦੇ ਆ ਜਾਂ ਜਿੱਤ ਹਾਸਲ ਕਰਦੇ ਰੂਪਨਗਰ ਤੋਂ ਤਾਂ ਮਾਈਨਿੰਗ ਨੂੰ ਨਕੇਲ ਕਿੱਦਾਂ ਪਾਈ ਜਾਊਗੀ ਜਾਂ ਫਿਰ ਹੋਰ ਕਿਹੜੇ ਵਿਕਾਸ ਦੇ ਮੁੱਦਿਆਂ ਤੇ ਕੰਮ ਕਰੋਗੇ ਤੁਸੀਂ? ਦੇਖੋ ਜੀ, ਸਾਡਾ ਰੂਪਨਗਰ ਸ਼ਹਿਰ ਤਾਂ ਕਾਗਜ਼ਾਂ ਦਾ ਰੂਪਨਗਰ ਹੈ। ਇਹ ਇਸ ਵੇਲੇ ਮਤਲਬ ਜਿਹਨੂੰ ਕਹਿ ਦਿੰਦੇ ਹੈਗੇ ਜੀ ਵੀ ਇੰਨਾ ਆਪਣੀ ਲੀਹੋਂ ਲੱਥਿਆ ਹੋਇਆ ਸ਼ਹਿਰ ਹੈ ਜੀ। ਤੁਸੀਂ ਇੱਕ ਗੱਲ ਦੇਖੋ, ਜੇ ਤੁਸੀਂ ਦਿੱਲੀ ਜਾਂਦੇ ਹੋ, ਗੁੜਗਾਉਂ ਦੇਖੋ ਜਾਂ ਨੋਇਡਾ ਦੇਖੋ, ਉਹ ਜਿਹੜੇ ਸ਼ਹਿਰ ਹੈਗੇ ਆ ਤੇ ਆਪਾਂ ਦਿੱਲੀ ਤੋਂ ਅਪਰੋਕਸੀਮੇਟਲੀ 50-50 ਕਿਲੋਮੀਟਰ ਦੂਰ ਨੇ, ਤੇ ਤੁਸੀਂ ਦੇਖੋ ਵੀ ਜਿਹੜੀ ਰੂਪਨਗਰ ਦੀ ਹੱਦ ਹੈ ਉਹ 30 ਕਿਲੋਮੀਟਰ ਤੋਂ 32 ਕਿਲੋਮੀਟਰ ਤੋਂ ਸ਼ੁਰੂ ਹੋ ਜਾਂਦੀ। ਜੇ ਤੁਸੀਂ ਉੱਥੇ ਜਾ ਕੇ ਦੇਖੋ ਤੇ ਪਹਿਲਾ ਏਰੀਆ ਜਿਹੜਾ ਪਰਖਾਲੀ ਏਰੀਆ ਆਉਂਦਾ ਜੀ, ਤੁਸੀਂ ਹੈਰਾਨ ਹੋ ਜਾਓਗੇ ਜੀ, ਉੱਥੇ ਅੱਜ ਵੀ 10 ਪਿੰਡ ਜਿਹੜੇ ਵਿਦਆਊਟ ਮੋਬਾਈਲ ਨੈਟਵਰਕ ਨੇ। ਤੁਸੀਂ ਸੋਚੋ ਵੀ ਅੱਜ ਦੇ ਟਾਈਮ ਤੇ ਜਿੱਥੇ ਦੁਨੀਆ ਬਿਜ਼ਨਸ ਸਾਰੀ ਮੋਬਾਈਲ ਤੇ ਚੱਲ ਰਹੀ ਹੈ, WhatsApp, ਉੱਥੇ ਅੱਜ ਵੀ 10 ਪਿੰਡਾਂ ਦੇ ਵਿੱਚ ਮੋਬਾਈਲ ਕਨੈਕਸ਼ਨ ਨਹੀਂ ਹੈ ਜੀ। ਪਰਖਾਲੀ ਦੇ ਪਿੰਡ 'ਚ ਚੱਲ ਜਾਓ, ਪਰਖਾਲੀ ਦੇ 40 ਪਿੰਡਾਂ ਨੂੰ ਡਾਕਟਰ ਨਹੀਂ ਹੈ ਜੀ। ਚਲੋ ਇਨਸਾਨ ਤਾਂ ਬਿਮਾਰ ਹੋਏਗਾ, ਤੁਸੀਂ ਉਹਨੂੰ ਗੱਡੀ 'ਚ ਪਾ ਕੇ ਹਸਪੀਟਲ ਰੋਪੜ ਲਿਆਓਗੇ, ਉੱਥੋਂ ਤੇ ਜਾਨਵਰਾਂ ਦਾ ਡਾਕਟਰ ਨਹੀਂ। ਹੁਣ ਕਿੰਨੀਆਂ ਮੱਝਾਂ ਘੋੜੇ ਤੁਸੀਂ ਗੱਡੀਆਂ 'ਚ ਪਾ ਕੇ ਇੱਥੇ ਹਸਪਤਾਲ ਲੈ ਕੇ ਆਓਗੇ ਜੀ। ਇਹ ਤਾਂ ਪਰਖਾਲੀ ਦੀ ਸਿਚੁਏਸ਼ਨ ਹੈ। ਰੂਪਨਗਰ ਸ਼ਹਿਰ ਦੀ ਸਿਚੁਏਸ਼ਨ ਤੁਸੀਂ ਦੇਖ ਲਓ, ਗੰਦਗੀ ਨਾਲ ਭਰਿਆ ਹੋਇਆ। ਬਾਰਿਸ਼ ਪੈ ਜਾਂਦੀ ਹੈ ਤੇ ਸਭ ਤੋਂ VIP ਏਰੀਆ ਜਿਹੜਾ ਰੂਪਨਗਰ ਦਾ ਗਿਆਨੀ ਜੈਲ ਸਿੰਘ ਕਹਿੰਦੇ ਆ, ਉਹਦੇ ਵਿੱਚ ਤੁਹਾਨੂੰ ਪੈਦਲ ਤਾਂ ਤੁਸੀਂ ਜਾ ਨਹੀਂ ਸਕਦੇ, 2 ਵੀਲਰ ਲਿਜਾ ਨਹੀਂ ਸਕਦੇ, ਤੇ ਗੱਡੀ ਵੀ ਤੁਹਾਨੂੰ ਇਹ ਹਾਲ ਹੈ ਵੀ ਜੇ ਉੱਥੋਂ ਗਿਆਨੀ ਜੈਲ ਸਿੰਘ ਨਗਰ ਤੋਂ ਕਰਦੇ ਹੋ ਤਾਂ ਅਗਲੇ ਦਿਨ ਸਵੇਰੇ ਤੁਹਾਨੂੰ ਗੱਡੀ ਧੋਣੀ ਪਏਗੀ, ਕਿਉਂਕਿ ਹਰ ਥਾਂ ਪਾਣੀ ਨਾਲ ਜਿਹੜੇ ਹੈਗਾ ਪਾਣੀ ਭਰਿਆ ਹੋਇਆ ਜੀ। ਸੋ ਇਹ ਸਿਚੁਏਸ਼ਨ ਹੈ। ਹੁਣ ਤੁਸੀਂ ਇੱਕ ਗੱਲ ਦੇਖੋ, ਜਿੱਥੇ ਡੇਂਗੂ ਵਰਗੀਆਂ ਬਿਮਾਰੀਆਂ ਨੇ, ਜੇ ਉੱਥੇ ਪਾਣੀ ਦੀ ਵਾਟਰ ਲੌਗਿੰਗ ਹੋਏਗੀ ਤਾਂ ਫਿਰ ਆਪਾਂ ਸੋਚ ਕੇ ਦੱਸ ਸਕਦੇ ਕਿ ਬਚਾਅ ਹੋ ਸਕਦਾ। ਘਨੌਲੀ ਵਾਲੇ ਏਰੀਆ ਦੇ ਵਿੱਚ ਦੇਖੋ, 40 ਪਿੰਡ ਜਿਹੜੇ 40-42 ਪਿੰਡ ਨੇ, ਉੱਥੇ ਅੱਜ ਆਜ਼ਾਦੀ ਦੇ 70 ਸਾਲ ਤੋਂ ਬਾਅਦ 70 ਪਲੱਸ ਈਅਰਸ ਤੋਂ ਬਾਅਦ ਵੀ ਇੱਕ ਵੀ ਐਂਬੂਲੈਂਸ ਨਹੀਂ ਹੈਗੀ ਜੀ। ਤੁਸੀਂ ਇੱਧਰ ਆ ਜਾਓ, ਨੂਰਪੁਰ ਬੇਦੀ ਆ ਜਾਓ, ਨੂਰਪੁਰ ਬੇਦੀ ਦੇ 132 ਪਿੰਡਾਂ ਦੇ ਵਿੱਚ ਜਿਹੜਾ ਐਂਬੂਲੈਂਸ ਨਹੀਂ ਹੈਗੀ, ਡਾਕਟਰਸ ਨਹੀਂ ਹੈਗੇ, ਟੀਚਰਸ ਨਹੀਂ ਹੈਗੇ, ਸਕੂਲ ਨਹੀਂ ਹੈਗਾ। ਤੋ ਇਹ ਇੰਨੇ ਇਸ਼ੂਜ਼ ਨੇ ਵਿੱਚ ਜਿਹੜੇ ਹੈਗੇ ਆ, ਇਹ ਕੰਮ ਕਰਨ ਲਈ ਬਹੁਤ ਜ਼ਰੂਰੀ ਹੈ। ਔਰ ਸਭ ਤੋਂ ਵੱਡੀ ਬਦਨਸੀਬੀ ਸਾਡੇ ਏਰੀਏ ਦੀ ਹੈ ਕਿ ਇਹ ਇਸ਼ੂਜ਼ ਉਸ ਏਰੀਏ ਨੂੰ ਬਿਲੋਂਗ ਕਰਦੇ ਨੇ ਜਿਹਦੇ ਪਾਣੀ ਵਿੱਚੋਂ ਬਿਜਲੀ ਕੱਢੀ ਜਾਂਦੀ ਹੈ ਤੇ ਜਿਹੜੀ ਮਿੱਟੀ ਹੈ ਉਹ ਸੋਨੇ ਦੇ ਭਾਅ ਵਿਕਦੀ ਹੈ। ਸੋ ਤੁਸੀਂ ਇਹ ਦੇਖੋ ਵੀ ਸਾਡੀ ਮਿੱਟੀ ਵੀ ਵੇਚੀ ਜਾ ਰਹੀ ਹੈ, ਸਾਡਾ ਪੁਲ ਡਿੱਗਣ ਨੂੰ ਹੋ ਗਏ, ਸਾਰਾ ਕੁਝ ਹੋ ਗਏ, ਬਟ ਅਸੀਂ ਉੱਥੇ ਦੇ ਉੱਥੇ ਖੜ੍ਹੇ ਹਾਂ। ਸਾਨੂੰ ਲੱਗਦਾ ਹੀ ਨਹੀਂ ਹੈਗਾ ਵੀ ਅਸੀਂ ਰੂਪਨਗਰ ਸ਼ਹਿਰ ਜਿਹੜਾ ਹੈਗਾ ਇਹ ਕੋਈ ਮਤਲਬ ਸ਼ਹਿਰਾਂ ਵਿੱਚੋਂ ਸ਼ਹਿਰ ਹੈਗਾ। ਸੋ ਇਹ ਇਸ਼ੂਜ਼ ਦੇ ਉੱਤੇ ਔਰ ਇਹਨਾਂ ਇਸ਼ੂਜ਼ ਨੂੰ ਰਿਜ਼ੋਲਵ ਸਿਰਫ ਇੱਕ ਕੋਈ ਇਮਾਨਦਾਰ ਲੀਡਰ, ਲੋਕਾਂ ਦਾ ਲੀਡਰ ਔਰ ਕੋਈ ਵਿਜ਼ਨਰੀ ਲੀਡਰ ਹੀ ਜਿਹੜਾ ਹੈਗਾ ਇਹਨਾਂ ਇਸ਼ੂਜ਼ ਨੂੰ ਰਿਜ਼ੋਲਵ ਕਰ ਸਕਦਾ। ਓਕੇ, ਔਰ ਇਲੀਗਲ ਮਾਈਨਿੰਗ ਦੀ ਗੱਲ ਵੀ ਆਪਾਂ ਕੀਤੀ ਹੈ ਨਾ, ਕਿ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਕਿਵੇਂ ਤੁਸੀਂ ਉੱਤੇ ਕੰਮ ਕਰੋਗੇ? ਨਹੀਂ ਮੈਡਮ, ਦੇਖੋ ਇਲੀਗਲ ਮਾਈਨਿੰਗ ਕੀ ਹੈ? ਇਲੀਗਲ ਮਾਈਨਿੰਗ ਹੁੰਦੀਆਂ ਜਿਹੜੇ ਨੋਰਮਸ ਹੈਗੇ ਆ, ਉਹਨਾਂ ਨੂੰ ਜਿਹੜਾ ਹੈਗਾ ਆ ਜਦੋਂ ਆਪਾਂ ਵਾਇਲੇਟ ਕਰਦੇ ਆ, ਉਹ ਲੀਗਲ ਮਾਈਨਿੰਗ ਤੋਂ ਇਲੀਗਲ ਮਾਈਨਿੰਗ ਹੋ ਜਾਂਦੀ ਹੈ। ਹੁਣ ਵਾਇਲੇਸ਼ਨ ਕਿਉਂ ਹੋ ਰਹੀ ਹੈ? ਵਾਇਲੇਸ਼ਨ ਹੋ ਰਹੀ ਹੈ ਬਿਕੋਜ਼ ਜਿਹੜੇ ਤੁਹਾਡੇ MLA ਉਹ ਨਾਲ ਇਨਵੋਲਵਡ ਨੇ, ਠੀਕ ਹੈ ਜੀ। ਜਿਹੜੇ ਤੁਹਾਡੇ ਤੁਸੀਂ ਆਪਣੇ ਰਿਪਰੈਜ਼ੈਂਟੇਟਿਵਸ ਕਰੰਟ ਪਾਰਟੀ ਨੇ ਛੱਡੇ ਹੋਏ ਨੇ, ਆਪ ਇਨਵੋਲਵਡ ਨੇ। ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਇੱਕ ਗੱਲ ਨੋਟ ਕਰੋ ਵੀ ਅੱਜ ਜਿਹੜੇ ਕਾਂਗਰਸ ਦਾ ਕੈਂਡੀਡੇਟ ਇਲੈਕਸ਼ਨ ਲੜ ਰਿਹਾ ਹੈ, ਉਹਦੀ ਆਪਣੀ ਮਾਈਨਿੰਗ ਏਜੰਸੀ ਹੈ। ਹੁਣ ਜੇ ਤੁਸੀਂ ਉਮੀਦ ਕਰੋ ਵੀ ਦੁੱਧ ਦੀ ਰਾਖੀ ਬਿੱਲੀ ਬਿਠਾ ਕੇ ਆਪਾਂ ਕਹੀਏ ਵੀ ਸਾਡਾ ਪਤੀਲਾ ਕਿੱਦਾਂ ਖਾਲੀ ਹੋ ਗਿਆ, ਤੇ ਉਹ ਤਾਂ ਜਿਹੜਾ ਹੈਗਾ ਬਟ ਓਬਵੀਅਸ ਹੈਗਾ। ਸੋ ਤੁਸੀਂ ਇਹ ਦੇਖੋ ਵੀ ਜਦੋਂ ਲੀਡਰਸ਼ਿਪ ਇਨਵੋਲਵਡ ਹੈ, ਅਫਸਰਸ਼ਾਹੀ ਵਿੱਚ ਇਨਵੋਲਵਡ ਹੈ, ਜਦੋਂ ਇਹ ਸਾਰਾ ਸਿਸਟਮ ਹੀ ਇਸ ਚੀਜ਼ ਦੇ ਵਿੱਚ, ਇਹਦੇ ਤੋਂ ਹੀ ਪੈਸਾ, ਦਿਸ ਇਜ਼ ਅ ਸੋਰਸ ਆਫ ਇਨਕਮ ਫॉर ਮੈਨੀ ਪੀਪਲ, ਤੇ ਫਿਰ ਮਾਈਨਿੰਗ ਕਿਸ ਤਰ੍ਹਾਂ ਰੁਕ ਸਕਦੀ ਹੈਗੀ ਜੀ? ਇਲੀਗਲ ਮਾਈਨਿੰਗ ਰੁਕ ਹੀ ਨਹੀਂ ਸਕਦੀ। ਸੋ ਇਸ ਇਲੀਗਲ ਮਾਈਨਿੰਗ ਨੂੰ ਰੋਕਣ ਲਈ ਇੱਕ ਇਮਾਨਦਾਰ ਲੀਡਰ ਚਾਹੀਦਾ ਹੋਏਗਾ, ਜਿਹੜਾ ਆ ਕੇ ਅਫਸਰਾਂ ਦੇ ਉੱਤੇ ਨਕੇਲ ਪਾ ਸਕੇ ਔਰ ਇਹ ਜਿਹੜੇ ਗੁੰਡੇ ਤੰਤਰ ਹੈਗਾ ਇਹਨਾਂ ਨੂੰ ਜਿਹੜਾ ਹੈ ਇੱਥੋਂ ਭਜਾ ਸਕੇ। ਸੋ ਇਸੇ ਤਰੀਕੇ ਜਿਹੜੀ ਹੈ ਇਹ ਇਲੀਗਲ ਮਾਈਨਿੰਗ ਜਿਹੜੀ ਹੈਗੀ ਹੈ ਇਹ ਰੁਕ ਸਕਦੀ ਹੈ। ਔਰ ਅਜੇ ਜੀ ਅਗਰ ਆਪਾਂ ਵਿਰੋਧੀ ਧਿਰਾਂ ਦੀ ਗੱਲ ਕਰੀਏ, ਰੂਪਨਗਰ ਦੀਆਂ ਵਿਰੋਧੀ ਧਿਰਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਦਲਜੀਤ ਚੀਮਾ ਜੀ ਦੀ ਗੱਲ ਕਰੀਏ, ਉਹ ਵੀ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਹੈ। ਕੀ ਲੱਗਦਾ ਹੈ, ਕਿਉਂਕਿ ਜੇ ਆਪਾਂ BJP ਨੂੰ ਵੀ ਇੱਕ ਸਾਈਡ ਤੇ ਰੱਖੀਏ, ਹੈ ਨਾ, ਲੰਬੇ ਸਮੇਂ ਤੋਂ ਤੁਹਾਡੇ ਫਾਦਰ ਸਾਹਿਬ ਵੀ, ਤੁਸੀਂ ਵੀ ਇੱਕ ਮਤਲਬ ਸਮਾਜ ਸੇਵਾ ਕਰਦੇ ਆ ਰਹੇ ਹੋ। ਕਰੋਨਾ ਟਾਈਮ ਦੀ ਗੱਲ ਕਰੀਏ, ਬਹੁਤ ਲੋਕਾਂ ਦੀ ਹੈਲਪ ਕੀਤੀ ਗਈ ਸੀ। ਕੀ ਲੱਗਦਾ ਇੰਨੀਆਂ ਕੀਤੀਆਂ ਹੋਈਆਂ ਸੇਵਾਵਾਂ ਦਾ ਹੁਣ ਮੁੱਲ ਪਊਗਾ? ਕਿਵੇਂ ਦਾ ਹੁੰਗਾਰਾ ਲੋਕਾਂ ਦੇ ਵੱਲੋਂ ਮਿਲ ਰਿਹਾ? ਕਿਉਂਕਿ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ ਨਾ ਲੋਕਾਂ ਦੇ ਰਿਸਪੌਂਸ ਦੇਖ ਕੇ। ਦੇਖੋ ਜੀ, ਮੈਂ ਜਿੱਥੇ ਤੱਕ ਤਾਂ ਆਪਾਂ ਵਿਕਟਰੀ ਦੀ ਗੱਲ ਕਰੀਏ, ਉਹ ਤਾਂ ਜਿਸ ਦਿਨ ਮੇਰੇ ਫਾਦਰ ਸਾਹਿਬ ਦੀ ਟਿਕਟ ਡਿਕਲੇਅਰ ਹੋ ਗਈ ਸੀ
ਤੇ ਜਿੰਨਾ ਕੁ ਲੋਕਾਂ ਦਾ ਹੁੰਗਾਰਾ ਮਿਲਿਆ ਔਰ ਲੋਕਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਕਮਾਨਦਾਰ ਲੀਡਰ ਜਿਹੜਾ ਹੈਗਾ ਉਹਨੂੰ ਟਿਕਟ ਮਿਲੀ ਹੈ, ਜਿੱਤ ਉੱਥੋਂ 100% ਪੱਕੀ ਹੈ। ਹੁਣ ਤਾਂ ਅਸੀਂ ਮਿਹਨਤ ਕਰ ਰਹੇ ਹਾਂ ਵੀ ਜਿੱਤ ਦਾ ਮਾਰਜਨ ਕਿੰਨਾ ਵੱਡਾ ਕਰ ਸਕਦੇ ਹਾਂ। ਜਿੰਨੇ ਲੀਡਰਸ ਉੱਥੇ ਇਲੈਕਸ਼ਨ ਲੜ ਰਹੇ ਨੇ ਸਾਰੇ ਲੀਡਰਸ ਦਾਗੀ ਨੇ, ਪ੍ਰੂਵਨ ਜਿਹੜੇ ਹੈਗੇ ਆ ਫੈਕਟਸ ਹੈਗੇ ਲੋਕਾਂ ਕੋਲ ਬਈ ਟੋਟਲੀ ਕਰਪਸ਼ਨ 'ਚ ਇਨਵੋਲਵ ਰਹੇ ਨੇ, ਠੀਕ ਹੈ ਨਾ ਜੀ। ਸੋ ਇਸ ਕਰਕੇ ਸਾਡਾ ਕਿਸੇ ਵੀ ਲੀਡਰ ਨਾਲ ਕੋਈ ਕੰਪੀਟੀਸ਼ਨ ਨਹੀਂ, ਸਾਡਾ ਕੰਪੀਟੀਸ਼ਨ ਆਪਣੇ ਆਪ ਨਾਲ ਹੈ। ਜੋ ਅਸੀਂ ਐਜ਼ ਅ ਸੋਸ਼ਲ ਵਰਕਰ ਬਣ ਕੇ ਕੰਮ ਕੀਤਾ, ਜਦੋਂ ਅਸੀਂ ਇਹ ਵਿਧਾਨ ਸਭਾ ਜਿੱਤਦੇ ਹਾਂ ਸਾਡੀ ਰਿਸਪੌਂਸਿਬਿਲਟੀ ਦੁੱਗਣੀ ਹੋ ਜਾਂਦੀ ਹੈ, ਕਿਉਂਕਿ ਇੱਕ ਸੋਸ਼ਲ ਵਰਕਰ ਦਾ ਤਾਂ ਕੰਮ ਇਹ ਹੋਗਾ ਵੀ ਰਾਸ਼ਨ ਪਹੁੰਚਾਤਾ, ਕਿਟਸ ਪਹੁੰਚਾਤੀਆਂ, ਜਾਂ ਕਿਤੇ ਕੋਈ ਡਿਮਾਂਡ ਆਏਗੀ ਵੀ ਕਿਸੇ ਵੀਲ ਚੇਅਰ ਪਹੁੰਚਾਤੀ, ਕਿਸੇ ਦਾ ਕਦੀ ਕੋਈ ਡਿਮਾਂਡ ਆ ਜਾਂਦੀ ਹੈਗੀ ਹੈ ਜੀ ਕਿ ਬਈ ਮੇਰਾ ਬੱਚਾ ਆ ਉਹਦੀ ਐਜੂਕੇਸ਼ਨ ਨੂੰ ਤੁਸੀਂ ਸਪੋਰਟ ਕਰ ਦਿਓ, ਕਦੀ ਕਿਸੇ ਨੂੰ ਮੈਡੀਸਨਸ ਲੈਤੀਆਂ। ਸੋ ਇਹ ਚੀਜ਼ਾਂ ਤਾਂ ਐਜ਼ ਅ ਸੋਸ਼ਲ ਵਰਕਰ, ਬਟ ਜਦੋਂ ਤੁਸੀਂ ਕਿਸੇ ਸਿਸਟਮ 'ਚ ਆਉਂਦੇ ਹੋ ਪੋਲੀਟੀਕਲ ਸਿਸਟਮ 'ਚ, ਫਿਰ ਤੁਹਾਡੀ ਰਿਸਪੌਂਸਿਬਿਲਟੀਜ਼ ਹੋਰ ਵੱਧ ਜਾਂਦੀਆਂ ਨੇ, ਬਿਕੋਜ਼ ਉਹਦੇ ਵਿੱਚ ਲੋਕਾਂ ਦੀ ਐਕਸਪੈਕਟੇਸ਼ਨ ਹੋ ਜਾਂਦੀ ਹੈ ਕਿ ਇਨਸਾਫ ਮਿਲਣਾ ਚਾਹੀਦਾ, ਕਰਪਸ਼ਨ ਜਿਹੜੀ ਹੈਗੀ ਹੈ ਬੰਦ ਹੋਣੀ ਚਾਹੀਦੀ ਹੈ, ਉਹਨਾਂ ਦੇ ਬੱਚਿਆਂ ਨੂੰ ਇੰਪਲੋਇਮੈਂਟ ਮਿਲਣੀ ਚਾਹੀਦੀ ਹੈ। ਸੋ ਇਹ ਤਾਂ ਵਨ ਸਟੈਪ ਟੂਵਰਡਸ ਮੋਰ ਰਿਸਪੌਂਸਿਬਿਲਿਟੀ ਹੈ ਸਿਰਫ ਉਹਨਾਂ ਬੰਦਿਆਂ ਲਈ ਜਿਹੜੇ ਸਿਆਸਤ ਨੂੰ ਲੋਕਾਂ ਦੀ ਸੇਵਾ ਲਈ ਵਰਤਣਾ ਚਾਹੁੰਦੇ ਨੇ। ਜਿਹੜੇ ਲੀਡਰਸ ਸਿਆਸਤ ਨੂੰ ਪੈਸਾ ਕਮਾਉਣ ਲਈ ਬਣਾਉਣਾ ਚਾਹੁੰਦੇ ਆ, ਉਹਨਾਂ ਲਈ ਤਾਂ ਇੱਕ ਜਿਹੜਾ ਹੈਗਾ ਜੋਇਫੁਲ ਮੂਵਮੈਂਟ ਹੈ ਵੀ ਇੱਕ ਵਾਰ ਤੁਸੀਂ MLA ਬਣ ਜਾਓ ਜਾਂ MP ਬਣ ਜਾਓ, 5 ਸਾਲ ਆਪਣਾ ਲੁੱਟ ਖਸੁੱਟ ਕਰੋ ਤੇ ਫਿਰ ਚੱਲਦੇ ਬਣੋ। ਬਟ ਜਿਨ੍ਹਾਂ ਬੰਦਿਆਂ ਨੇ ਆਪਣੀ ਰਿਸਪੌਂਸਿਬਿਲਿਟੀ ਨਿਭਾਉਣੀ ਹੈ ਉਹਨਾਂ ਦੇ ਲਈ ਜਿਹੜਾ ਕਿਸੇ ਵੀ ਤੁਸੀਂ ਕਹਿ ਦਿਓ ਵੀ ਚਾਹੇ MLA ਹੋਵੇ ਚਾਹੇ MP ਹੋਵੇ, ਉਹ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ। ਔਰ ਉਹ 5 ਸਾਲ ਨਿਭਾਉਂਦੇ, ਸੱਚ ਦੀ ਰਿਸਪੌਂਸਿਬਿਲਿਟੀ ਨਿਭਾਉਂਦੇ 5 ਸਾਲ ਕਦੋਂ ਖਤਮ ਹੋ ਜਾਂਦੇ ਉਹ ਪਤਾ ਵੀ ਨਹੀਂ ਲੱਗਦਾ। ਬਿਲਕੁਲ। ਔਰ ਇੱਕ ਵੱਡੀ ਜ਼ਿੰਮੇਵਾਰੀ ਜਿਵੇਂ ਉਮੀਦਵਾਰ ਐਲਾਨ ਕੀਤਾ BJP ਨੇ ਦਿੱਤੇ, ਲੇਕਿਨ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਮੋਢਿਆਂ ਤੇ ਇੱਕ ਜ਼ਿੰਮੇਵਾਰੀ ਹੈ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ, ਹੈ ਨਾ, ਬਹੁਤ ਮਾਣ ਵਾਲੀ ਗੱਲ ਆ ਆਪਣੇ ਲਈ। ਔਰ ਜੇ ਆਪਾਂ ਦੇਖੀਏ ਕਿ ਘੱਟ ਗਿਣਤੀ ਦੇ ਲੋਕਾਂ ਦੇ ਲਈ ਮਤਲਬ ਵਿਤਕਰਾ ਦੇਖਿਆ ਜਾਂਦਾ ਹੁਣ ਤੱਕ, ਉਹਨਾਂ ਦੇ ਲਈ ਬਹੁਤ ਘੱਟ ਚੀਜ਼ਾਂ ਜੋ ਨੇ ਸਰਕਾਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ। ਕਿਹਾ ਜਾਂਦਾ ਕਿ ਜੋ ਭਾਜਪਾ ਸਰਕਾਰ ਆ ਉਹ ਹਿੰਦੂ ਤੱਤ ਦੀ ਮਤਲਬ ਰਾਜਨੀਤੀ ਕਰਦੀ ਹੈ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਇੱਕ ਨਾ ਸਾਡੀ ਬੈਡ ਲੱਕ ਹੈ, ਬਦਕਿਸਮਤੀ ਹੈ ਸਾਡੇ, ਕਿ ਬਿਨਾਂ ਸੋਚੇ ਸਮਝੇ ਇੱਕ ਇਨਸਾਨ ਕੋਈ ਵੀ ਵਰਗ ਜਿਹੜਾ ਇੱਕ ਨੈਰੇਟਿਵ ਚਲਾ ਦਿੰਦਾ, ਔਰ ਮੈਜੋਰਿਟੀ ਆਫ ਦਾ ਲੋਕ ਜਿਹੜੇ ਨੇ ਉਹਨੂੰ ਬਿਨਾਂ ਫੈਕਟਸ ਨੂੰ ਡਿਸਕਸ ਕੀਤੇ ਜਾਂ ਸਮਝੇ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ। ਭਾਰਤੀ ਜਨਤਾ ਪਾਰਟੀ ਨੇ ਅੱਜ ਤੱਕ ਜੋ ਮਿਨੋਰਿਟੀਜ਼ ਲਈ, ਦੇਖੋ ਫਸਟ ਟਾਈਮ ਇਨ ਦਾ ਹਿਸਟਰੀ ਉਹਨਾਂ ਨੇ ਇੱਕ ਸਿੱਖ ਨੂੰ ਜਿਹੜਾ ਹੈਗਾ ਅਪੁਆਇੰਟ ਕਰਕੇ, ਪੰਜਾਬ ਤੋਂ ਇੱਕ ਬੰਦੇ ਨੂੰ ਅਪੁਆਇੰਟ ਕਰਕੇ ਮੌਕਾ ਦਿੱਤਾ ਵੀ ਤੁਸੀਂ ਆ ਕੇ ਮਿਨੋਰਿਟੀਜ਼ ਲਈ ਕਰੋ। ਮੇਰੇ ਫਾਦਰ ਚੇਅਰਮੈਨ ਰਹੇ ਨੇ 4 ਮਹੀਨੇ ਤੋਂ। ਮੇਰੇ ਫਾਦਰ, ਮੈਂ ਕਿਉਂਕਿ ਅਸੀਂ ਘਰ ਬੈਠਦੇ ਹਾਂ ਦੇਖਦੇ ਰਹਿੰਦੇ ਹਾਂ ਕਿਸ ਤਰ੍ਹਾਂ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਜਦੋਂ ਫਸਟ ਡੇ ਮੇਰੇ ਫਾਦਰ ਨੇ ਚਾਰਜ ਸੰਭਿਆ, ਉਹਨਾਂ ਨੇ ਕਿਹਾ ਵੀ ਮੈਂ ਚਾਹੁੰਦਾ ਕਿ ਮਿਨੋਰਿਟੀਜ਼ ਜਿਹੜੀਆਂ ਹੈਗੀਆਂ ਉਹਨਾਂ ਦੀ ਮੈਂ ਸੇਵਾ ਕਰ ਸਕਾਂ, ਉਹਨਾਂ ਨੂੰ ਇਨਸਾਫ ਦਵਾ ਸਕਾਂ, ਉਹਨਾਂ ਨੂੰ ਅੱਗੇ ਵਧਣ ਦੇ ਵਿੱਚ ਮਦਦ ਕਰ ਸਕਾਂ, ਇਸ ਕਰਕੇ ਮੈਂ ਤੁਹਾਡੇ ਵਰਗਾ ਚੇਅਰਮੈਨ ਅਪੁਆਇੰਟ ਕੀਤਾ। ਉਹ ਸੱਚਾਈ ਹੈ। ਜਦ ਕਿ ਅੱਜ ਤੱਕ ਜੇ ਤੁਸੀਂ ਦੇਖੋ ਵੀ ਸਾਡੇ 60 ਸਾਲ ਦੀ ਜਿਹੜੀ ਕਾਂਗਰਸ ਦੀ ਗਵਰਨਮੈਂਟ ਦਾ ਰਾਜ ਰਿਹਾ, ਉਹ ਇੱਕ ਵੀ ਕੰਮ ਐਸਾ ਪੋਜ਼ਿਟਿਵ ਦਿਖਾ ਦੇਣ ਕਿ ਜੀ ਅਸੀਂ ਜਿਹੜਾ ਹੈਗਾ ਮਿਨੋਰਿਟੀਜ਼ ਲਈ ਇਹ ਕੰਮ ਕੀਤਾ। ਉਹਨਾਂ ਨੇ ਹਮੇਸ਼ਾ ਡਿਵਾਈਡ ਐਂਡ ਰੂਲ ਦੀ ਗੱਲ ਕੀਤੀ ਹੈ, ਉਹਨਾਂ ਨੇ ਸਿਰਫ ਹੇਟਰਡ ਪੋਲਿਟਿਕਸ ਕੀਤੀ ਹੈਗੀ ਹੈ ਜੀ। ਜਦੋਂ ਕਿ ਤੁਸੀਂ ਆਹ ਦੇਖ ਲਓ ਸਾਡੇ ਸਿੱਖਾਂ ਲਈ ਕਿੱਡੀ ਮਾਣ ਵਾਲੀ ਗੱਲ ਹੈ ਕਿ 2 ਵਾਰ ਸਿੱਖ ਚਿਹਰੇ ਜਿਹੜੇ ਹੈ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਬਣੇ ਆ। ਇੱਕ ਵਾਰ ਅਟਲ ਬਿਹਾਰੀ ਵਾਜਪਾਈ ਜੀ ਸਰਕਾਰ ਦੇ ਵਿੱਚ ਜੀ, ਔਰ ਇੱਕ ਵਾਰ ਨਰਿੰਦਰ ਭਾਈ ਮੋਦੀ ਜੀ ਦੀ ਸਰਕਾਰ ਦੇ ਵਿੱਚ ਜੀ। ਸੋ ਦਿਸ ਸ਼ੋਜ਼, ਹੁਣ ਤੁਸੀਂ ਇਹਨਾਂ ਦਾ ਮਿਨੋਰਿਟੀ ਕਮਿਸ਼ਨ ਦਾ ਪੈਨਲ ਦੇਖੋ, ਉਹਦੇ ਵਿੱਚ ਸਿੱਖ ਚੇਅਰਮੈਨ ਹੈ, ਵਾਈਸ ਚੇਅਰਮੈਨ ਇੱਕ ਮੁਸਲਿਮ ਭਾਈਚਾਰੇ 'ਚੋਂ ਹੈ, ਔਰ ਮੈਂਬਰ ਜਿਹੜੇ ਹੈਗੇ ਜੈਨ ਕਮਿਊਨਿਟੀ 'ਚੋਂ, ਸਾਰੇ ਕਮਿਊਨਿਟੀਜ਼ ਦੇ ਵਿੱਚੋਂ ਜਿਹੜੇ ਹੈਗੇ ਆ ਵੱਖਰੇ ਮੈਂਬਰਸ। ਦਿਸ ਸ਼ੋਜ਼ ਦੈਟ ਦੀ ਗਵਰਨਮੈਂਟ ਜਿਹੜੀ ਹੈ ਸਰਕਾਰ ਹੈ ਚਾਹੁੰਦੀ ਹੈ ਕਿ ਇਹ ਜਿਹੜੀ ਮਿਨੋਰਿਟੀਜ਼ ਨੂੰ ਇਕੱਠਾ ਕਰਕੇ ਤਾਕਤਵਰ ਕੀਤਾ ਜਾਵੇ। ਜੀ, ਜਿਵੇਂ ਘੱਟ ਗਿਣਤੀ ਦੀ ਗੱਲ ਕੀਤੀ ਗਈ ਸੀ, ਹੁਣੇ ਹਾਲ ਹੀ ਦੇ ਵਿੱਚ ਹਜੇ ਮੁਸਲਮਾਨ ਭਾਈਚਾਰੇ ਦੇ ਵੱਲੋਂ ਵੀ ਮਤਲਬ ਮੀਟਿੰਗਸ ਬੁਲਾਈਆਂ ਗਈਆਂ ਸੀ, ਸਵਾਲ ਚੁੱਕੇ ਜਾ ਰਹੇ ਸੀ ਕਿ ਇੱਕ ਕਬਰਿਸਤਾਨ ਲਈ ਜਗ੍ਹਾ ਦੇਣ ਦੀ ਉਹਨਾਂ ਨੂੰ ਗੱਲ ਕੀਤੀ ਜਾ ਰਹੀ ਹੈ, ਲੇਕਿਨ ਜੋ ਜਿਉਂਦੇ ਜਾਗਦੇ ਮੁਸਲਮਾਨ ਹੈ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਕੀਤੀਆਂ ਜਾਂਦੀਆਂ, ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਉਹਨਾਂ ਦੀਆਂ ਜੋ ਮੁੱਢਲੀਆਂ ਜ਼ਰੂਰਤ ਹੈ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਉਹਨਾਂ ਦੇ ਵੱਲ ਅਗਰ ਮਤਲਬ ਧਿਆਨ ਦਿੱਤਾ ਜਾਊਗਾ ਅੱਗੇ ਆਉਣ ਵਾਲੇ ਸਮੇਂ ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੀ। ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈਗਾ ਕਿ ਸਾਡਾ ਦੇਸ਼ ਜਿਹੜਾ ਹੈਗਾ ਉਹ ਪੋਪੂਲੇਸ਼ਨ ਵਾਈਜ਼
ਕਾਫੀ ਡੈਂਸਲੀ ਪੋਪੂਲੇਟਡ ਹੈ ਬਿਲਕੁਲ। ਔਰ ਇੰਡੀਅਨ ਸਿਸਟਮ ਦੀ ਬਿਊਟੀ ਇਹ ਹੈ ਕਿ ਇੱਥੇ ਹਰ ਧਰਮ ਜਿਹੜਾ ਹੈਗਾ ਇਸ ਦੇਸ਼ ਦੇ ਵਿੱਚ ਤੁਹਾਨੂੰ ਮਿਲੇਗਾ। ਨੰਬਰ ਆਫ ਵੋਲਿਊਮ ਜਿਹੜਾ ਹੈਗਾ ਉਹ ਡਿਫਰੈਂਟ ਹੈਗਾ। ਸੋ ਜਦੋਂ ਤੁਸੀਂ ਰੂਟੀਨ 'ਚ ਕੰਮ ਕਰਦੇ ਹੋ, ਈਵਨ ਕਿਸੇ ਪਰਟੀਕੂਲਰ ਸੈਕਸ਼ਨ ਬਾਰੇ ਵੀ ਆਪਾਂ ਗੱਲ ਕਰੀਏ, ਉਹਦੇ ਵਿੱਚ ਕੁਝ ਬੰਦਿਆਂ ਦੇ ਕੰਮ ਹੋ ਜਾਂਦੇ ਆ, ਕੁਝ ਤੇ ਕੰਮ ਡਿਲੇ ਹੁੰਦੇ ਨੇ, ਕੁਝ ਤੇ ਕੰਮ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੱਲ ਹੋਣ ਨੂੰ। ਸੋ ਉਹ ਜਿਹੜਾ ਹਰ ਇੱਕ ਬੰਦੇ ਦਾ ਆਪਣਾ ਆਪਣਾ ਓਪੀਨੀਅਨ ਹੈਗਾ। ਜੇ ਆਪਾਂ ਇੱਕ ਮੁੱਦੇ ਦੀ ਗੱਲ ਕਰੀਏ ਤਾਂ ਤੁਸੀਂ ਪਿਛਲੇ 7 ਸਾਲਾਂ 'ਚ ਜੋ ਮੁਸਲਿਮ ਭਾਈਚਾਰੇ ਲਈ ਇਸ ਸਰਕਾਰ ਨੇ ਕੀਤਾ ਆ, ਉਹ ਵੀ ਸਾਨੂੰ ਜਿਹੜੇ ਹੈਗੇ ਗਿਣਾਉਣੇ ਚਾਹੀਦੇ ਹੈਗੇ। ਹੋ ਸਕਦਾ ਜੇ ਉਹਨਾਂ ਨੇ 100 ਕੰਮ ਕੀਤੇ ਵਿੱਚੋਂ ਇੱਕ ਕੰਮ ਛੁੱਟ ਵੀ ਗਿਆ ਹੋਵੇ ਤਾਂ ਉਹ ਵੀ ਜ਼ਰੂਰ ਹੱਲ ਹੋਏਗਾ। ਬਿਕੋਜ਼ ਜਿਹੜਾ ਪ੍ਰਾਈਮ ਮਿਨਿਸਟਰ ਸਾਡੇ ਨੇ, ਉਹਨਾਂ ਦੀ ਵਿਜ਼ਨ ਬੜੀ ਸਪਸ਼ਟ ਹੈ ਕਿ ਉਹ ਜਿਹੜੀ ਮਿਨੋਰਿਟੀਜ਼ ਨੂੰ ਸੇਫ ਔਰ ਪ੍ਰੋਸਪਰ ਦਿਖਣਾ ਚਾਹੁੰਦੇ ਨੇ। ਉਹ ਚਾਹੁੰਦੇ ਨੇ ਵੀ ਇੱਥੇ ਮਿਨੋਰਿਟੀ ਸੇਫ ਮਹਿਸੂਸ ਕਰਨ ਔਰ ਆਪਣੇ ਕੰਮ ਦੇ ਵਿੱਚ ਅੱਗੇ ਵਧਣ, ਜਿਹੜਾ ਪ੍ਰੋਸਪਰ ਹੋਣ ਜੀ। ਔਰ ਜਿਵੇਂ ਕਿ ਇਕਬਾਲ ਸਿੰਘ ਲਾਲਪੁਰ ਜੀ ਵੀ ਇੱਕ ਸਿੱਖ ਚਿਹਰਾ ਨੇ, ਹੈ ਨਾ, ਉਹਨਾਂ ਨੂੰ ਅੱਗੇ ਲਿਆਂਦਾ ਗਿਆ। ਲੇਕਿਨ ਅਗਰ ਆਪਾਂ ਵਿਰੋਧੀ ਧਿਰਾਂ ਦੀ ਗੱਲ ਕਰੀਏ, ਉਹ ਚਾਹੇ ਚੰਗੀ ਚੀਜ਼ ਹੋਵੇ ਚਾਹੇ ਮਾੜੀ ਹੋਵੇ, ਹਰ ਚੀਜ਼ 'ਤੇ ਸਵਾਲ ਚੁੱਕਣਾ ਉਹਨਾਂ ਦਾ ਕੰਮ ਹੁੰਦਾ। ਵਿਰੋਧੀ ਧਿਰਾਂ ਦਾ ਕਹਿਣਾ ਕਿ ਭਾਜਪਾ ਜੋ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਰਹੀ ਹੈ, ਕਿਸਾਨ ਚਿਹਰਿਆਂ ਨੂੰ ਅੱਗੇ ਲਿਆ ਰਹੀ ਹੈ, ਕਿਉਂਕਿ ਹੁਣ ਤੱਕ ਉਹਨਾਂ ਦੇ ਖਿਲਾਫ ਉਹਨਾਂ ਦਾ ਵਿਰੋਧ ਕਾਫੀ ਦੇਖਿਆ ਜਾ ਰਿਹਾ ਸੀ ਤਾਂ ਕਿ ਉਹ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰ ਸਕੇ। ਇਸ ਲਈ ਉਹ ਸਿੱਖ ਚਿਹਰਿਆਂ ਨੂੰ ਯੂਜ਼ ਕਰ ਰਹੀ ਹੈ। ਦੇਖੋ ਜੀ, 2022 ਦੇ ਇਲੈਕਸ਼ਨਸ ਦੇ ਵਿੱਚ ਜੇ ਕਹਿੰਦੇ ਨੇ ਵੀ ਸਿੱਖ ਚਿਹਰੇ ਲੈ ਕੇ ਆ ਰਹੇ ਨੇ, ਤਾਂ ਫਿਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਪਹਿਲੋਂ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਸਿੱਖ ਕਿੱਦਾਂ ਲੱਗ ਗਏ? ਅੱਜ ਵੀ ਤੁਸੀਂ ਸੈਂਟਰ ਦੀ ਕੈਬਨਿਟ ਦੇ ਵਿੱਚ ਦੇਖੋ, ਪੁਰੀ ਸਾਹਿਬ ਸਿੱਖ ਚਿਹਰਾ ਸਾਡੇ ਜਿਹੜੇ ਮਿਨਿਸਟਰ ਹੈਗੇ ਨੇ ਜੀ, ਠੀਕ ਹੈ ਨਾ ਜੀ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਇਹ ਤਾਂ ਪਾਰਟੀਜ਼ ਨੇ ਦੇਖੋ ਆਪਣਾ ਕੈਡਰ ਵਧਾਉਣਾ ਹੈ, ਉਹਦੇ ਵਿੱਚ ਹਰ ਭਾਈਚਾਰੇ ਨੂੰ ਰਿਸਪੈਕਟ ਮਿਲਣੀ ਹੈ। ਸਿੱਖਾਂ ਨੂੰ ਵੀ ਜਿਹੜਾ ਹੈਗਾ ਟਿਕਟਸ ਮਿਲਣੀਆਂ ਹੈਗੀਆਂ, ਹਿੰਦੂ ਭਾਈਚਾਰੇ ਨੂੰ ਵੀ ਟਿਕਟਸ ਮਿਲਣੀਆਂ, ਮੁਸਲਿਮ ਭਾਈਚਾਰੇ ਨੂੰ ਵੀ ਟਿਕਟਸ ਮਿਲਣੀਆਂ ਹੈਗੀਆਂ, ਕ੍ਰਿਸਚੀਅਨ ਭਾਈਚਾਰੇ ਨੂੰ ਵੀ ਮਿਲਣੀਆਂ, ਬੁੱਧ ਜਿੱਥੇ ਜਿਸ ਤਰ੍ਹਾਂ ਦੀ ਜੋ ਪਾਪੂਲੇਸ਼ਨ ਹੈ ਉਹਨੂੰ ਉਸ ਹਿਸਾਬ ਨਾਲ ਟਿਕਟਸ ਮਿਲਣੀਆਂ ਡਿਜ਼ਰਵ ਕਰਦੇ। ਹਰ ਕਮਿਊਨਿਟੀ ਚਾਹੁੰਦੀ ਵੀ ਸਾਡੀ ਇਹਦੇ ਵਿੱਚੋਂ ਕੋਈ ਲੀਡਰ ਉੱਠ ਕੇ ਬਣੇ ਜੋ ਸਾਡੀ ਮੁਸ਼ਕਲਾਂ ਨੂੰ ਹੱਲ ਕਰਾ ਸਕੇ। ਸੋ ਇਹ ਤਾਂ ਸਿਰਫ ਐਲੀਗੇਸ਼ਨਸ ਨੇ, ਠੀਕ ਹੈ ਨਾ ਜੀ। ਸਿੱਖਾਂ ਦੀ ਹੁਣ ਅਸੀਂ ਪੰਜਾਬੀ ਹਾਂ, ਠੀਕ ਹੈ ਜੀ, ਵੀ ਆਰ ਪ੍ਰਾਊਡ ਟੂ ਬੀ ਪੰਜਾਬੀ, ਵੀ ਆਰ ਪ੍ਰਾਊਡ ਟੂ ਬੀ ਸਿੱਖ। ਅਤੇ ਮੈਂ ਤਾਂ ਇਹ ਗੱਲ ਕਹਿਣਾ ਵੀ ਜੇ ਸਾਨੂੰ ਸਿੱਖਾਂ ਨੂੰ ਕੋਈ ਪਾਰਟੀ ਓਪਰਚੁਨਿਟੀ ਦੇ ਰਹੀ ਹੈ ਵੀ ਉਹ ਸਾਡੀ ਜਮਾਤ ਨੂੰ ਜ਼ਿਆਦਾ ਨੰਬਰ ਦੇ ਕੇ ਕਹਿ ਰਹੀ ਹੈ ਵੀ ਤੁਸੀਂ ਅੱਗੇ ਆਓ ਪੋਲੀਟਿਕਸ ਦੇ ਵਿੱਚ, ਤੇ ਉਹਦੇ ਲਈ ਤਾਂ ਸਿੱਖਾਂ ਨੂੰ ਧੰਨਵਾਦੀ ਹੋਣਾ ਚਾਹੀਦਾ ਬੀਜੇਪੀ ਦਾ। ਦੇ ਸ਼ੁੱਡ ਬੀ ਗ੍ਰੇਟਫੁਲ ਕਿ ਵੀ ਸਿੱਖ ਲੀਡਰਸ਼ਿਪ ਤਿਆਰ ਹੋ ਰਹੀ ਹੈ। ਸਾਡੀ ਸਿੱਖ ਕੌਮ ਅੱਜ ਤੱਕ ਕਿਸੇ ਕਾਰਨ ਤੜਫਦੀ ਰਹੀ ਹੈ ਬਿਕੋਜ਼ ਸਾਡੇ ਕੋਲ ਲੈਕ ਆਫ ਲੀਡਰਸ਼ਿਪ ਰਹੀ ਹੈ। ਤਾਂ ਫਿਰ ਤਾਂ ਸਿੱਖਾਂ ਨੂੰ ਜਿਹੜਾ ਹੈਗਾ ਬੀਜੇਪੀ ਨੂੰ ਆਪਣੇ ਨਾਲ ਗੱਲ ਲਾਉਣਾ ਚਾਹੀਦਾ ਕਿ ਜਿਹੜੀ ਇਹ ਬੀਜੇਪੀ ਹੈ ਇੰਨੀ ਕਿ ਸਿੱਖਾਂ ਨੂੰ ਪਿਆਰ ਕਰਦੀ ਹੈ ਵੀ ਉਹ ਸਿੱਖਾਂ ਦੀ ਇੱਕ ਵਧੀਆ ਲੀਡਰਸ਼ਿਪ ਪੰਜਾਬ ਲਈ ਤਿਆਰ ਕਰਨਾ ਚਾਹੁੰਦੀ ਹੈ ਜੀ। ਅਰੇ ਅਗਰ ਆਪਾਂ ਰਾਜਨੀਤੀ ਤੋਂ ਹਟ ਕੇ ਥੋੜਾ ਹੈ ਨਾ ਤੁਹਾਡੇ ਪਰਸਨਲ ਡਿਸੀਜਨਸ ਦੇ ਬਾਰੇ ਗੱਲ ਕਰੀਏ, 2012 ਦੇ ਵਿੱਚ ਤੁਹਾਡੇ ਫਾਦਰ ਸਾਹਿਬ ਰਿਟਾਇਰ ਹੋਏ ਸੀ। ਉਸ ਤੋਂ ਬਾਅਦ ਆਪਾਂ ਤੁਹਾਡੀ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਜ਼ਿਕਰ ਸੁਣਿਆ ਕਿ ਸਾਰੀਆਂ ਪਾਰਟੀਆਂ ਦੇ ਵੱਲੋਂ ਹੀ, ਲਗਭਗ ਸਾਰੀਆਂ ਪਾਰਟੀਆਂ ਦੇ ਵੱਲੋਂ ਆਫਰ ਆਈ ਸੀ ਆਪਣੀ ਪਾਰਟੀ ਦੇ ਵਿੱਚ ਲੈਣ ਲਈ, ਕਿਉਂਕਿ ਉਹਨਾਂ ਦਾ ਚੰਗਾ ਅਕਸ ਦੇਖਦੇ ਹੋਏ, ਹੈ ਨਾ। ਤਾਂ ਤੁਹਾਡੇ ਵੱਲੋਂ ਜੋ ਹੈ ਬੀਜੇਪੀ ਚੁਣੀ ਗਈ, ਉਹਦਾ ਕੀ ਰੀਜ਼ਨ ਸੀ ਔਰ ਕਿਹੜੀਆਂ ਚੀਜ਼ਾਂ ਬੀਜੇਪੀ ਦੀਆਂ ਜਿਨ੍ਹਾਂ ਨੂੰ ਦੇਖਦੇ ਹੋਏ ਤੁਸੀਂ ਚਾਹੁੰਦੇ ਕਿ ਪੰਜਾਬ ਦੇ ਲੋਕ ਇੱਕ ਵਾਰ ਫਿਰ ਤੋਂ ਬੀਜੇਪੀ ਨੂੰ ਮੌਕਾ ਦੇਣ, ਬੀਜੇਪੀ 'ਤੇ ਯਕੀਨ ਕਰਨ? ਦੇਖੋ ਜੀ, ਮੈਂ ਉਸ ਇੰਟਰਵਿਊ ਦੇ ਵਿੱਚ ਸ਼ਾਇਦ ਤੁਸੀਂ ਪੂਰਾ ਸੁਣਿਆ ਹੋਣਾ, ਜਿਹਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਜਦੋਂ ਮੇਰੇ ਫਾਦਰ ਰਿਟਾਇਰ ਹੋਏ, ਉਹਨਾਂ ਦਾ ਮਨ ਸੀਗਾ ਕਿ ਅਸੀਂ ਨੈਸ਼ਨਲ ਪਾਰਟੀ ਤੋਂ ਆਪਣੀ ਪੋਲਿਟਿਕਸ ਸ਼ੁਰੂ ਕਰਨਾ ਚਾਹੁੰਦੇ ਹਾਂ। ਅਸੀਂ ਨੈਸ਼ਨਲ ਪਾਰਟੀ ਦੇ ਨਾਲ ਰਹਿਣਾ ਚਾਹੁੰਦੇ ਹਾਂ ਬਿਕੋਜ਼ ਫਿਊਚਰ ਜਿਹੜਾ ਹੈਗਾ ਆ ਕਿਸੇ ਵੀ ਸਟੇਟ ਦਾ ਨੈਸ਼ਨਲ ਪੋਲਿਟਿਕਸ 'ਤੇ ਬਹੁਤ ਬੇਸਡ ਹੈ ਜੀ, ਠੀਕ ਹੈ ਨਾ। ਜਿੱਦਾਂ ਹੁਣ ਸਾਡੇ ਕਹਿ ਰਹੇ ਆ ਵੀ ਡਬਲ ਇੰਜਨ ਦੀ ਸਰਕਾਰ ਜਿਹੜੀ ਉਹ ਬਦਲੇਗੀ ਪੰਜਾਬ ਦੀ ਨੁਹਾਰ, ਇਹ ਸੱਚ ਹੈ ਕਿਉਂਕਿ ਅੱਜ ਪੰਜਾਬ ਦੀ ਕੀ ਸਿਚੁਏਸ਼ਨ ਹੈ। ਪੰਜਾਬ ਇਜ਼ ਅ ਸਟੇਟ ਵਿਚ ਇਜ਼ ਕੰਪਲੀਟਲੀ ਅੰਡਰ ਡੈਟ। ਇੱਕ ਬੱਚਾ ਜਦੋਂ ਜਨਮ ਲੈਂਦਾ 10 ਲੱਖ ਦੇ ਕਰਜ਼ੇ ਥੱਲੇ ਹੈ, ਤਾਂ ਉਹ ਜਦ ਤੱਕ ਸੈਂਟਰ ਦੇ ਫੰਡਸ ਉਹਨਾਂ ਨੂੰ ਸਪੋਰਟ ਨਹੀਂ ਕਰਦੇ, ਕਿਸ ਤਰ੍ਹਾਂ ਪੋਸੀਬਲ ਹੈ ਕਿ ਸਟੇਟ ਜਿਹੜਾ ਹੈਗਾ ਇਹ ਰਿਵਾਈਵ ਹੋ ਸਕਦਾ ਹੈ। ਹੁਣ ਪਿੱਛੇ ਕਰੋਨਾ ਕਾਲ ਲੰਘਿਆ, ਤੁਸੀਂ ਇਹ ਗੱਲ ਦੇਖੋ ਕਿੰਨੀਆਂ ਫੈਸਿਲਿਟੀਜ਼ ਜਿਹੜੀਆਂ ਸੈਂਟਰ ਵੱਲੋਂ ਆਈਆਂ, ਰਾਸ਼ਨ ਦਿੱਤਾ ਗਿਆ ਸੈਂਟਰ ਦੇ ਵੱਲੋਂ, ਜਿਹੜਾ ਹੈਗਾ ਕਿ ਆਕਸੀਜਨ ਸਿਲੰਡਰਸ ਭੇਜੇ ਗਏ ਸੈਂਟਰ ਗਵਰਨਮੈਂਟ ਵੱਲੋਂ। ਸੋ ਦੀ ਸਟੇਟ ਇਜ਼ ਕੰਪਲੀਟਲੀ ਬੇਸਡ ਔਨ ਸੈਂਟਰ ਸਪੋਰਟ ਜੇ ਇੱਕ ਸਟੇਟ ਪ੍ਰੋਸਪਰ ਕਰਨਾ ਚਾਹੁੰਦਾ। ਸੋ ਇਸ ਕਰਕੇ ਅਸੀਂ ਹਮੇਸ਼ਾ ਨੈਸ਼ਨਲ ਪਾਰਟੀ ਜੁਆਇਨ ਕਰਨਾ ਚਾਹੁੰਦੇ ਸੀ। ਨੈਸ਼ਨਲ ਪਾਰਟੀ ਉਸ ਟਾਈਮ 'ਤੇ 2 ਹੀ ਚੋਇਸਿਸ ਸੀਗੀਆਂ, ਅੱਜ ਵੀ ਉਹੀ ਹੈਗੀਆਂ ਨੇ ਜੀ, ਕਾਂਗਰਸ ਅਤੇ ਬੀਜੇਪੀ। ਅਸੀਂ ਸਿੱਖ ਹਾਂ, ਸਾਡੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਬਿਨਾਂ ਮੱਥਾ ਟੇਕਿਓ ਅਸੀਂ ਆਪਣਾ ਦਿਨ ਸ਼ੁਰੂ ਨਹੀਂ ਕਰਦੇ। ਅਤੇ ਇਹ ਗੱਲ ਸ਼ੋਰ ਸੀਗੀ ਸਾਡੇ ਪਰਿਵਾਰ ਦੇ ਵਿੱਚ ਵੀ ਸਿੱਖਾਂ ਦੀ ਕਾਤਲ ਪਾਰਟੀ ਵਿੱਚ ਅਸੀਂ ਕਦੀ ਵੀ ਜਿਹੜਾ ਹੈਗਾ
ਆਪਣਾ ਆਪ ਨੂੰ ਆਪਣੇ ਪਰਿਵਾਰ ਨੂੰ ਇਨਵੋਲਵ ਨਹੀਂ ਕਰਾਂਗੇ। ਇਸ ਕਰਕੇ ਸਾਡੇ ਕੋਲ ਬੀਜੇਪੀ ਜਿਹੜੀ ਹੈ ਉਸ ਟਾਈਮ ਦੇ ਉੱਤੇ ਪਾਰਟੀ ਚੋਇਸ ਸੀਗੀ। ਔਰ ਮੇਰੇ ਫਾਦਰ ਜਿਹੜੇ ਹੈਗੇ ਆ ਉਹ ਬੜੇ ਇੰਪ੍ਰੈਸ ਹੋਏ ਸੀ ਜਦੋਂ ਇਹਨਾਂ ਦੀ ਇਨੀਸ਼ੀਅਲ ਮੀਟਿੰਗਸ ਹੋਈਆਂ, ਅਤੇ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਯਾਰ ਐਸੀ ਪੋਲੀਟੀਕਲ ਪਾਰਟੀ ਮੈਂ ਨਹੀਂ ਦੇਖੀ ਜਿਹੜੀ ਇੰਟਲੈਕਚੁਅਲਸ ਨੂੰ ਇਕੱਠਾ ਕਰਨਾ ਚਾਹੁੰਦੀ ਹੈ। 2012 ਦੀ ਗੱਲ ਕਰ ਰਿਹਾ, ਹਾਲਾਂਕਿ ਸਰਕਾਰ ਤਾਂ 2000। ਸੋ ਬੀਜੇਪੀ ਦੀ ਹਮੇਸ਼ਾ ਹੀ ਜਿਹੜਾ ਹੈ ਇਹ ਚੀਜ਼ ਰਹੀ ਹੈ ਵੀ ਉਹ ਇੰਟਲੈਕਚੁਅਲਸ ਦੀ ਰਿਸਪੈਕਟ ਕਰਦੇ ਨੇ, ਔਰ ਜਿਹੜਾ ਹੈਗਾ ਉਹਨਾਂ ਨੇ ਪੜ੍ਹੇ ਲਿਖੇ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਇੱਕ ਡਿਫਰੈਂਟ ਪਲੇਟਫਾਰਮ ਦਿੱਤਾ ਹੈ ਐਕਸੀਡ ਹੋਣ ਦਾ। ਅਤੇ ਤੁਹਾਨੂੰ ਇੱਥੇ ਜਿਹੜਾ ਹੈਗਾ ਇੱਥੇ ਚਮਚਾਗਿਰੀ ਵਾਲਾ ਸਿਸਟਮ ਨਹੀਂ ਹੈਗਾ। ਤੁਹਾਡੇ 'ਚ ਕੈਲੀਬਰ ਹੈਗਾ ਤਾਂ ਅਸੀਂ ਇੱਕ ਆਮ ਕਾਰਿਆਕਰਤਾ ਤੋਂ ਸ਼ੁਰੂ ਕੀਤਾ ਸੀ, ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਬਣ ਕੇ ਅੱਜ ਮੇਰੇ ਫਾਦਰ ਇਲੈਕਸ਼ਨ ਲੜ ਰਹੇ ਹੈ। ਇਹ ਮਤਲਬ ਕੰਪਲੀਟਲੀ ਜਿਹੜਾ ਹੈਗਾ ਉਹਨਾਂ ਦੇ ਕ੍ਰੈਡੀਬਿਲਿਟੀ 'ਤੇ ਬੇਸਡ ਹੈ। ਸੋ ਇਸ ਕਰਕੇ ਅਸੀਂ ਜਿਹੜਾ 2012 ਦੇ ਵਿੱਚ ਜਿਹੜਾ ਬੀਜੇਪੀ ਜੁਆਇਨ ਕੀਤੀ ਐਂਡ ਮੈਂ ਸੋਚਦਾ ਕਿ ਉਹ ਬਹੁਤ ਹੀ ਵਾਈਜ਼ ਡਿਸੀਜਨ ਸੀ, ਕਿਉਂਕਿ ਜਿਹੜਾ ਅੱਗੇ ਗਾਂ ਪੰਜਾਬ ਦਾ ਫਿਊਚਰ ਵੀ ਉਹ ਟੋਟਲੀ ਬੀਜੇਪੀ ਬੇਸਡ ਰਹੇਗਾ ਜੀ। ਔਰ ਅਜੇ ਜੀ ਜੇਕਰ ਆਪਾਂ ਗੱਲ ਕਰੀਏ ਇਕਬਾਲ ਸਿੰਘ ਲਾਲਪੁਰ ਜੀ ਦੇ ਬਾਰੇ, ਹੈ ਨਾ, ਮੈਂ ਚਾਹੂੰਗੀ ਕਿ ਇੱਕ ਪੁੱਤ ਨੂੰ ਪਿਓ ਦੀਆਂ ਸਾਰੀਆਂ ਗੱਲਾਂ ਪਤਾ ਹੁੰਦੀਆਂ ਨਾ, ਪਿਓ ਨੂੰ ਪੁੱਤ ਦੀਆਂ ਪਤਾ ਹੁੰਦੇ ਆ। ਮੈਂ ਚਾਹੂੰਗੀ ਕੁਝ ਇੱਦਾਂ ਦੀਆਂ ਇੰਟਰਸਟਿੰਗ, ਕੁਝ ਰੌਚਕ ਗੱਲਾਂ ਜੋ ਲੋਕਾਂ ਨੂੰ ਨਹੀਂ ਪਤਾ ਹੈ ਨਾ, ਮੈਂ ਚਾਹੂੰਗੀ ਇਸ ਇੰਟਰਵਿਊ ਦੇ ਜ਼ਰੀਏ ਤੁਸੀਂ ਉਹ ਗੱਲਾਂ ਦੱਸੋ ਤਾਂ ਕਿ ਲੋਕਾਂ ਨੂੰ ਇਹ ਚੀਜ਼ ਪਤਾ ਲੱਗੇ ਕਿ ਕਿਉਂ ਉਹਨਾਂ ਨੂੰ ਚੁਣਨਾ ਚਾਹੀਦਾ, ਕਿਉਂ ਉਹ ਬਾਕੀ ਲੀਡਰਾਂ ਤੋਂ ਵੱਖ ਨੇ। ਦੇਖੋ ਜੀ, ਮੇਰਾ ਜੇ ਮੈਂ ਤਾਂ ਇਹੀ ਸੋਚਦਾ, ਵੈਸੇ ਤਾਂ ਹਰ ਬਾਪ ਲਈ ਹਰ ਬੱਚੇ ਲਈ ਉਹਦਾ ਬਾਪ ਆਈਡਲ ਹੁੰਦਾ, ਬਿਲਕੁਲ, ਬਟ ਮੈਂ ਆਪਣੇ ਨੂੰ ਬਹੁਤ ਕਿਸਮਤ ਵਾਲਾ ਮਹਿਸੂਸ ਕਰਦਾ ਕਿ ਮੈਂ ਐਸੇ ਕੁਲ 'ਚ ਜਨਮ ਲਿੱਤਾ ਜਿੱਥੇ ਮੈਨੂੰ ਐਸੇ ਬਾਪ ਦੇ ਅੰਦਰ ਜਿਹੜਾ ਹੈਗਾ ਆ ਉਹ ਮੌਕਾ ਮਿਲਿਆ ਕਿ ਮੈਂ ਆਪਣਾ ਜੀਵਨ ਬਤੀਤ ਕਰ ਸਕਾਂ। ਮੇਰੇ ਫਾਦਰ ਜਿਹੜੇ ਹੈਗੇ ਉਹ ਬਹੁਤ ਜਿੰਨੇ ਕਿ ਧਾਰਮਿਕ ਇਨਸਾਨ ਨੇ। ਤੁਸੀਂ ਇਹ ਦੇਖੋ ਜੀ ਵੀ ਸਾਡੇ ਘਰ ਮੇਰੀ ਏਜ 41 ਹੈ ਔਰ 45 ਸਾਲ ਤੋਂ ਉੱਤੇ ਸਾਡੇ ਮਹਾਰਾਜ ਦਾ ਸਰੂਪ ਪਿਆ ਹੋ ਗਿਆ। ਜੇ ਮੇਰੇ ਫਾਦਰ ਦੀ ਸਵੇਰੇ 5 ਵਜੇ ਵੀ ਫਲਾਈਟ ਹੋਵੇ, ਉਹਨਾਂ ਨੇ ਸਵੇਰੇ 3 ਵਜੇ ਪਾਠ ਕਰਕੇ ਜਿਹੜਾ ਹੈਗਾ ਹੁਕਮਨਾਮਾ ਲੈਣਾ ਹੀ ਲੈਣਾ। ਫਿਰ ਉਹਨਾਂ ਨੂੰ ਬੜਾ ਖੁਸ਼ੀ ਹੁੰਦੀ ਹੈ। ਉਹਨਾਂ ਨੇ ਆਪਣਾ ਗਰੁੱਪ ਬਣਾ ਰੱਖਿਆ ਸਾਡੇ ਪਰਿਵਾਰਕ ਮੈਂਬਰਾਂ ਦਾ। ਮੇਰੀ ਸਿਸਟਰ ਅਮਰੀਕਾ, ਉਹ ਵੀ ਉਹਦਾ ਹਿੱਸਾ ਆ। ਫਿਰ ਆਪਣੇ ਫਰੈਂਡਸ ਨੇ ਆਲ ਓਵਰ ਦਾ ਵਰਲਡ, ਉਹ ਫਿਰ ਹੁਕਮਨਾਮਾ ਸਵੇਰੇ ਉਹਨਾਂ ਨੇ ਸਾਰਿਆਂ ਨੂੰ ਭੇਜਣਾ ਹੁੰਦਾ। ਐਂਡ ਵੀ ਆਲ ਫੀਲ ਹੈਪੀ ਕਿ ਸਾਡੇ ਫਾਦਰ ਨੇ, ਜਾਂ ਉਹਨਾਂ ਦੇ, ਮੈਨੂੰ ਯਾਦ ਹੈ ਪਿੱਛੇ 2-3 ਦਿਨ ਲਈ ਉਹਨਾਂ ਦਾ ਗੁਜਰਾਤ ਦਾ ਪ੍ਰੋਗਰਾਮ ਸੀ, ਸ਼ਾਇਦ ਫੋਨ ਦਾ ਨੈਟਵਰਕ ਨਹੀਂ ਸੀ, ਤਾਂ ਸਾਡੇ ਫੈਮਿਲੀ ਫਰੈਂਡਸ ਜਿੰਨੇ ਫੋਰਨ ਦੇ ਵਿੱਚ ਉਹ ਫੋਨ ਕਰਨ ਵੀ ਅੰਕਲ ਠੀਕ ਤਾਂ ਹੈ, ਅੰਕਲ ਠੀਕ ਤਾਂ ਹੈ, ਵੀ ਹੁਕਮਨਾਮਾ ਨਹੀਂ ਆਇਆ। ਸੋ ਉਹਨਾਂ ਨੂੰ ਜਿਹੜਾ ਉਹਨਾਂ ਦੀ ਰੂਹ ਦੀ ਖੁਰਾਕ ਜਿਹੜੀ ਹੈ ਉਹ ਮਹਾਰਾਜ ਦਾ ਨਾਮ ਹੈ, ਸਿਮਰਨ ਹੈ। ਔਰ ਦੂਸਰਾ ਸੋਸ਼ਲ ਸਰਵਿਸ 'ਤੇ ਮੈਂ ਆਪਣੇ ਬਚਪਨ ਦੇ ਵਿੱਚ ਆਪਣੇ ਫਾਦਰ ਨੂੰ ਬਹੁਤ ਘੱਟ ਦੇਖਿਆ, ਬਿਕੋਜ਼ ਪੁਲਿਸ ਦੇ ਡਿਪਾਰਟਮੈਂਟ, ਔਰ ਸ਼ੁਰੂ ਤੋਂ ਹੀ ਉਹ ਇਨਸਾਨ ਜਿਹੜਾ ਹੈ ਹਮੇਸ਼ਾ ਲੋਕਾਂ ਦਾ ਇਨਸਾਨ ਰਿਹਾ ਹੈ। ਮਤਲਬ ਮੇਰੇ ਫਾਦਰ ਨੂੰ ਮੈਂ ਅੱਜ ਤੱਕ ਕਦੀ ਵੀ 15 ਤੋਂ 16 ਘੰਟੇ ਥੱਲੇ, ਅੱਜ ਤੱਕ ਵੀ ਉਹਨਾਂ ਨੇ 15 ਤੋਂ 16 ਘੰਟੇ ਕੰਮ ਜਿਹੜਾ ਕਰਨਾ। ਲੋਕਾਂ ਦੇ ਆਦਮੀ ਹੈ, ਇਨਸਾਫ ਪ੍ਰਸਤ ਆਦਮੀ ਹੈ। ਬੇਇਨਸਾਫੀ ਉਹ ਦੇਖ ਨਹੀਂ ਸਕਦੇ, ਕਰਨੀ ਤਾਂ ਦੂਰ ਦੀ ਗੱਲ ਹੈਗੀ ਹੈ। ਔਰ ਅੱਜ ਕੱਲ੍ਹ ਉਹਨਾਂ ਦਾ ਸਭ ਤੋਂ ਵਧੀਆ ਜਿਹੜਾ ਟਾਈਮ ਪਾਸ ਹੈ ਉਹ ਆਪਣੇ ਗ੍ਰੈਂਡ ਚਿਲਡਰਨ ਨਾਲ ਖੇਲਣਾ ਆ। ਮੇਰੇ ਬੇਟੇ ਨਾਲ ਲੱਗੇ ਰਹਿੰਦੇ, ਉਹ ਉਹਨਾਂ ਦੀ ਸਭ ਤੋਂ ਹੈਪੀਐਸਟ ਮੂਮੈਂਟ ਹੁੰਦੀ ਹੈ ਕਿ ਮੈਂ ਆਪਣਾ ਕਰਾਂ। ਖੇਤੀਬਾੜੀ ਬਹੁਤ ਪਸੰਦ ਕਰਦੇ ਨੇ, ਜਦੋਂ ਵੀ ਟਾਈਮ ਮਿਲਦਾ ਹੈ। ਸਾਡਾ ਫਾਰਮ ਹੈ, ਹਾਲਾਂਕਿ ਹੁਣ ਤਾਂ ਦਿੱਲੀ ਚਲੋ ਜਾਣਾ ਪੈ ਗਿਆ, ਨਹੀਂ ਤਾਂ ਉਹਨਾਂ ਦੀ ਅੱਜ ਵੀ ਫਸਟ ਪ੍ਰੈਫਰੈਂਸ ਇਹੀ ਹੁੰਦੀ, ਜੇ ਇੱਕ ਦਿਨ ਦੀ ਵੀ ਛੁੱਟੀ ਹੋਵੇ ਜਾਂ 2 ਦਿਨ ਦੀ ਵੀ ਛੁੱਟੀ ਹੋਵੇ ਤਾਂ ਉਹ ਆਪਣੇ ਖੇਤਾਂ 'ਚ ਆ ਕੇ ਆਪਣਾ ਕੰਮ ਕਰਨਾ ਯਕੀਨ ਰੱਖਦੇ ਨੇ। ਸੋ ਮੈਂ ਤਾਂ ਇਹੀ ਗੱਲ ਸੋਚਦਾ ਕਿ ਮੈਂ ਐਸੇ ਇਨਸਾਨ ਦੇ ਅੰਦਰ ਮੈਨੂੰ ਟ੍ਰੇਨਿੰਗ ਮਿਲੀ। ਉਹਨਾਂ ਦਾ ਸਰਨੇਮ ਮੇਰੇ ਬਖਸ਼ਿਸ਼ ਹੈ ਮੇਰੇ 'ਤੇ ਕਿ ਮੈਂ ਉਹਨਾਂ ਦਾ ਸਰਨੇਮ ਮੇਰੇ ਲੱਗ ਸਕਿਆ। ਸੋ ਆਈ ਹੋਪ ਕਿ ਸਾਡੇ ਲੋਕ ਜਿਹੜੇ ਹੁਣ 2022 ਦੇ ਵਿੱਚ ਸੈਂਸੀਬਲ ਵੋਟਿੰਗ ਕਰਨ ਔਰ ਐਸਾ ਲੀਡਰ ਜਿਹੜਾ ਉਹ ਲੋਕਾਂ ਦੇ ਵਿੱਚ ਆਵੇ ਔਰ ਰੋਪੜ ਨੂੰ ਰੂਪਨਗਰ ਦੇ ਵਿੱਚ ਬਦਲ ਦੇਵੇ ਜੀ। ਔਰ ਆਖਰੀ ਸਵਾਲ ਮੇਰਾ ਇਹ ਹੈ ਕਿ ਤੁਹਾਡੀ ਵੀ ਇੱਕ ਅਲੱਗ ਲਾਈਨ ਸੀ, ਹੈ ਨਾ, ਪੋਲੀਟਿਕਸ ਦੇ ਵਿੱਚ ਆਏ ਹੋ। ਹੁਣ ਤੱਕ ਇਹ ਚਰਚਾ ਸੁਣਨ ਨੂੰ ਮਿਲ ਰਹੀ ਸੀ ਕਿ ਅਜੇ ਵੀਰ ਸਿੰਘ ਲਾਲਪੁਰ ਨੂੰ ਟਿਕਟ ਮਿਲੂਗੀ ਰੂਪਨਗਰ ਤੋਂ, ਲੇਕਿਨ ਤੁਹਾਡੇ ਫਾਦਰ ਸਾਹਿਬ ਨੂੰ ਟਿਕਟ ਦਿੱਤੀ ਗਈ ਹੈ। ਔਰ ਅਗਰ ਆਪਾਂ ਗੱਲ ਕਰੀਏ, ਤੁਹਾਡੇ ਫਾਦਰ ਸਾਹਿਬ ਵੀ ਹਾਈ ਰੈਂਕ 'ਤੇ ਸੀ, ਹੁਣ ਵੀ ਰਾਜਨੀਤੀ ਦੇ ਵਿੱਚ ਹੈ। ਕਿੰਨਾ ਕੁ ਹੁਣ ਤੱਕ ਫਾਇਦਾ ਮਿਲਿਆ ਇੱਕ ਮਤਲਬ ਅਜਿਹੇ ਬਾਪ ਦਾ ਬੇਟਾ ਹੋਣ ਦਾ? ਦੇਖੋ, ਫਾਇਦਾ ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਕਿ ਮੈਨੂੰ ਇੱਕ ਇੰਟਰਵਿਊ ਦੇ ਵਿੱਚ ਪਿੱਛੇ ਪੁੱਛਿਆ ਸੀਗਾ ਕਿ ਤੁਹਾਡੇ ਫਾਦਰ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਆ, ਤਾਂ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਮੈਨੂੰ ਇੱਕ ਗੱਲ ਦਾ ਯਕੀਨ ਹੈ ਕਿ ਜੇ ਮੇਰੇ ਫਾਦਰ ਨੂੰ ਚੋਇਸ ਮਿਲੇ 2-3 ਕੈਂਡੀਡੇਟਸ ਦੇ ਵਿੱਚੋਂ ਜਿਹਦੇ ਵਿੱਚ ਸ਼ਾਇਦ ਮੇਰਾ ਵੀ ਨਾਮ ਹੋਵੇ, ਅਤੇ ਪਾਰਟੀ ਹਾਈ ਕਮਾਂਡ ਪੁੱਛੇ ਵੀ ਤੁਸੀਂ ਉਂਗਲੀ ਰੱਖੋ, ਅਤੇ ਸ਼ਾਇਦ ਮੇਰੇ ਨਾਮ ਦੇ ਉੱਤੇ ਉਹ ਛੇਤੀ ਕਿਤੇ ਉਂਗਲੀ ਨਹੀਂ ਰੱਖਣਗੇ। ਸੋ ਮੇਰੇ ਫਾਦਰ ਨੇ ਹਮੇਸ਼ਾ ਮੈਨੂੰ ਪ੍ਰੋਫੈਸ਼ਨਲੀ ਟ੍ਰੇਨ ਕੀਤਾ। ਜਦੋਂ ਵੀ ਮੈਨੂੰ ਯਾਦ ਹੈ ਮੇਰੇ 10ਵੀਂ ਦੇ ਐਗਜ਼ਾਮ ਸੀਗੇ, ਜਦੋਂ ਬੋਰਡ ਐਗਜ਼ਾਮ ਹੁੰਦੇ ਸੀ,
ਸੋ ਮੈਂ ਇਹ SSP ਲੱਗੇ ਹੋਏ ਸੀ ਤੇ ਮੇਰੇ ਫਾਦਰ ਨੇ ਮੈਨੂੰ ਸਵੇਰੇ ਬੁਲਾ ਕੇ ਕਿਹਾ ਕਿ ਬਈ ਤੁਹਾਡਾ ਕੋਈ ਦੋਸਤ ਹੈ ਜਿਹੜਾ ਮੋਟਰਸਾਈਕਲ ਤੇ ਜਾਂਦਾ, ਕਿਉਂਕਿ ਉਸ ਵੇਲੇ ਅੱਤਵਾਦ ਦਾ ਟਾਈਮ ਸੀਗਾ, ਪੁਲਿਸ ਤੇ ਬੱਚਿਆਂ ਨੂੰ ਵੀ ਸਿਕਿਉਰਿਟੀ ਵਗੈਰਾ ਮਿਲੀ ਹੋਈ ਸੀ। ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਹਾਂਜੀ ਮੇਰਾ ਫਰੈਂਡ ਹੈਗਾ। ਕਹਿੰਦੇ ਕੱਲ੍ਹ ਤੋਂ ਤੇਰੇ ਐਗਜ਼ਾਮ ਹੈ, ਤੂੰ ਹੁਣ ਮੋਟਰਸਾਈਕਲ ਤੇ ਜਾਏਗਾ, ਮੈਂ ਨਹੀਂ ਚਾਹੁੰਦਾ ਵੀ ਮੇਰੇ ਤੇਰੇ ਸਕੂਲ ਦੇ ਵਿੱਚ ਕਿਤੇ ਵੀ ਇਹ ਪਤਾ ਲੱਗੇ ਵੀ ਇਹ SSP ਦਾ ਬੇਟਾ ਹੈ। ਸੋ ਵੀ ਹੈਵ ਬੀਨ ਟ੍ਰੇਨਡ ਲਾਈਕ ਦੈਟ। ਸਾਨੂੰ ਸ਼ੁਰੂਆਤ ਤੋਂ ਹੀ ਇਹ ਟ੍ਰੇਨਿੰਗ ਮਿਲੀ ਹੋਈ ਹੈ ਕਿ ਜੋ ਵੀ ਲੈਣਾ ਆਪਣੀ ਮਿਹਨਤ ਨਾਲ ਲੈਣਾ, ਆਪਣੇ ਰਸੂਖ ਨਾਲ ਲੈਣਾ। ਔਰ ਇਸੇ ਕਾਰਨ ਜੇ ਤੁਸੀਂ ਮੇਰੀ ਕੌਂਸਟੀਚੁਐਂਸੀ 'ਚ ਜਾਓਗੇ ਤੇ ਤੁਸੀਂ ਦੇਖੋਗੇ ਕਿ ਮੇਰੇ ਜਿਹੜੇ ਆਪਣੇ ਐਫਰਟਸ ਆ, ਮੇਰੀ ਜਿਹੜੀ NGO ਸੰਸਥਾ ਹੈਗੀ ਹੈ ਹਿਊਮੈਨਿਟੀ ਫਸਟ, ਉਹ ਸ਼ਾਇਦ ਇਨਸਾਨੀਅਤ ਪਹਿਲੋਂ ਜਿਹੜੀ ਹੈਗੀ ਹੈ ਉਹ ਮੇਰੇ ਪੋਲੀਟੀਕਲ ਕੈਰੀਅਰ ਨਾਲੋਂ ਵੀ ਜ਼ਿਆਦਾ ਮਸ਼ਹੂਰ ਹੈ। ਸੋ ਇਸ ਕਰਕੇ ਜਿਹੜਾ ਹੈਗਾ ਆ, ਹੁਣ ਫਾਦਰ ਸਾਹਿਬ ਨੂੰ ਟਿਕਟ ਦਿੱਤੀ ਹੈ। ਮੈਂ ਇਹ ਸੋਚਦਾ ਕਿ ਇਹ ਬਹੁਤ ਵਧੀਆ ਡਿਸੀਜਨ ਹੈ, ਕਿਉਂਕਿ ਸਾਡੇ ਇਲਾਕੇ ਦੇ ਵਿੱਚ ਨਜਾਇਜ਼ ਮਾਈਨਿੰਗ, ਗੁੰਡਾਗਰਦੀ ਔਰ ਜਿਹੜੀ ਹੈਗੀ ਆ ਵਿਜ਼ਨ ਕਿਸੇ ਲੀਡਰ ਦੀ ਹੈ ਨਹੀਂ। ਇਹ ਟੋਟਲ ਸਾਡਾ ਇਲਾਕਾ ਜਿਹੜਾ ਹੈਗਾ ਆ ਖ਼ਤਮ ਹੋ ਗਿਆ ਜੀ। ਜੇ ਇਸ ਵਾਰ ਚੰਗੇ ਕੈਂਡੀਡੇਟ ਨਹੀਂ ਆਉਂਦੇ ਤੇ ਉਹ ਕੋਈ ਵੱਡੀ ਗੱਲ ਨਹੀਂ ਵੀ ਸਾਡਾ ਇਲਾਕਾ ਰੇਗਿਸਤਾਨ ਬਣ ਜਾਏਗਾ, ਕਿਉਂਕਿ 50 ਫੁੱਟ ਪਾਣੀ ਤੋਂ ਲੈ ਕੇ ਹੁਣ ਇਸ ਵੇਲੇ 750 ਫੁੱਟ ਜਿਹੜਾ ਪਾਣੀ ਹੋ ਚੁੱਕਾ ਹੈ। ਸੋ ਇਸ ਕਰਕੇ ਐਸੀ ਛਵੀ ਵਾਲਾ ਜਿਹੜਾ ਲੀਡਰ ਲੋਕਾਂ ਨੂੰ ਆਵੇ ਔਰ ਇਹ ਪੋਲੀਟਿਕਸ ਦੇ ਵਿੱਚ ਆਉਣ ਔਰ MLA ਬਣਨ ਔਰ ਕੱਲ੍ਹ ਨੂੰ ਗਾਂ ਹੋਰ ਵੱਡੇ ਲੈਵਲ ਤੇ ਜਾਣ, ਇਹ ਸਾਡੇ ਲੋਕਾਂ ਦੀ ਖੁਸ਼ਨਸੀਬੀ ਹੋਏਗੀ। ਔਰ ਐਸੇ ਲੀਡਰ ਦੇ ਲਈ ਜੇ ਮੈਨੂੰ ਇੱਕ ਵਾਰ ਨਹੀਂ 10 ਵਾਰ ਵੀ ਆਪਣੀ ਟਿਕਟ ਛੱਡਣੀ ਪਵੇ ਤਾਂ ਆਈ ਥਿੰਕ ਇਟ ਇਜ਼ ਗੋਇੰਗ ਟੂ ਬੀ ਐਨ ਆਨਰ ਫॉर ਮੀ। ਇਹ ਮੇਰੇ ਲਈ ਆਨਰ ਹੋਏਗਾ ਕਿ ਮੈਂ ਐਸੇ ਲੀਡਰ ਨੂੰ ਲੋਕਾਂ 'ਚ ਲਿਆ ਸਕਾਂ। ਜੀ, ਤਾਂ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦੇ ਲਈ ਔਰ ਥੈਂਕ ਯੂ ਸੋ ਮਚ। ਥੈਂਕ ਯੂ ਮੈਡਮ। ਤੇ ਇਸੇ ਆਪਣੇ ਨਾਲ ਅਜੇਵੀਰ ਸਿੰਘ ਜੀ ਲਾਲਪੁਰ, ਜਿਨ੍ਹਾਂ ਦੇ ਨਾਲ ਆਪਾਂ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਬਾਰੇ ਖਾਸ ਗੱਲਬਾਤ ਕੀਤੀ। ਨਾਲ ਹੀ ਇਕਬਾਲ ਸਿੰਘ ਲਾਲਪੁਰ ਜੀ ਦੇ ਬਾਰੇ ਵੀ ਖਾਸ ਗੱਲਬਾਤ ਕੀਤੀ। ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਸਾਡਾ ਚੈਨਲ ਸ਼ਾਨ ਪੰਜਾਬੀ, ਮਾਨ ਪੰਜਾਬ ਦਾ। ਧੰਨਵਾਦ।